ਚੋਈ ਸਖੀ ਵੱਲ ਲਾਹੌਰ ਅਮੀਰ ਆਜ਼ਮ ਖਾਨ ਦੇ ਨਾਲ ਹੀ ਆਏ, ਚੋਈ ਸਖੀ ਕੋ ਆਏ। ਠੀਕ ਹੈ, ਫਿਰ ਬੈਰੀਨ ਉਹ ਪੈਸੇ ਦਿੰਦੇ ਸਨ ਕੱਪ ਕਰਾਉਣ ਦੇ, ਇੱਥੇ ਲਾਹੌਰ ਬੈਰੀਨ ਕੱਪ ਦੇ ਨਾਂ 'ਤੇ ਹੁੰਦਾ ਰਿਹਾ 2 ਲੱਖ 5 ਲੱਖ ਕੋਈ ਇੰਨਾ ਕੁ ਨਾਮ ਦਿੰਦੇ ਸਨ। ਹੁੰਦਾ। ਅੱਛਾ, ਮੁਖਤਸਰ ਗੱਲ ਇਹ ਕਿ ਜਿਹੜੇ ਕਬੂਤਰ ਮੈਂ ਬਣਾ ਕੇ ਆਇਆ ਸਾਂ ਨਾ, ਉਹ ਸ਼ੇਖ ਸਾਹਿਬ ਨੇ ਸਹੀ ਸਾਹਿਬ ਕੋ ਕਬੂਤਰ ਖਰੀਦੇ, ਅੱਲਾਹ ਆਲਮ ਸੁਣਨ ਚ ਆਇਆ 1 ਕਰੋੜ 1.5 ਕਰੋੜ ਤੇ ਪਤਾ ਨਹੀਂ ਕਿੰਨੇ ਦੇ ਖਰੀਦੇ। ਉਹ ਮੇਰੇ ਕਬੂਤਰ ਸਾਰੇ ਜਿਹੜੇ ਸਨ ਨਾ ਕਢਵਾ ਦਿੱਤੇ। ਮੈਂ ਉੱਥੇ ਜਿਹੜਾ ਸੀ ਨਾ ਡਰਾਈਵਰ ਸ਼ੇਖ ਦਾ ਬਸ਼ੀਰ ਹਜੇ ਵੀ ਜ਼ਿੰਦਾ, ਉਹਦੇ 2 ਕੁੱਕ ਹੁੰਦੇ ਹਨ, ਸ਼ਮੀਮ ਤੇ ਆਰਫ, ਅੱਲਾ ਨੂੰ ਜਨਮ ਸੀਗਾ, ਬੜੇ ਚੰਗੇ ਇੰਡੀਅਨ ਸਨ। ਮੈਂ ਫਿਰ ਸ਼ੇਖ ਦੀ ਵਫਾਤ ਤੋਂ ਬਾਅਦ ਉੱਥੇ ਜਾਂਦਾ ਰਹਿਣਾ, ਗਾਰਡਨ ਗਿਆ, ਪੁੱਛਿਆ ਕਬੂਤਰ ਮੇਰੇ ਕਿੱਥੇ ਕੀਤੇ, ਕਿਹਨੂੰ ਦਿੱਤੇ? ਉਹਨਾਂ ਨੇ ਕਿਹਾ ਸਾਰੇ ਸਮੁੰਦਰ 'ਚ ਡੋਬ ਕੇ ਮਾਰ ਦਿੱਤੇ ਸਨ ਕਬੂਤਰ, ਦਿੱਤਾ ਕਿਸੇ ਨੂੰ ਨਹੀਂ। ਬੜਾ ਦੁੱਖ ਹੋਇਆ। ਇੱਧਰੋਂ ਸਖੀ ਸਾਹਿਬ ਕੋਲ ਜਿਹੜੇ ਕਬੂਤਰ ਆਏ ਆਪਣਾ, ਬਾਅਦ 'ਚ ਫਿਰ ਬੱਚੇ ਵੀ ਆਏ, ਉਹ ਉਹਨਾਂ ਨੇ ਉਡਾਏ। ਉਹ ਬੱਚੇ ਮਜ਼ਾ ਨਾ ਦਿੱਤਾ, ਉੱਡੇ ਹੀ ਨਾ ਕਬੂਤਰ। ਜੇੜ ਦੇ ਪਹਿਲੀ ਬਾਜ਼ੀ 'ਚ ਮੇਰਾ ਖਿਆਲ 4-5 ਕੋਈ ਨਾ ਆਏ। ਉਸ ਤੋਂ ਬਾਅਦ ਚੌਥੇ ਦਿਨ ਸ਼ੇਖ ਸਾਹਿਬ ਦੀ ਤਬੀਅਤ ਖਰਾਬ ਹੋਈ, ਉਹਨਾਂ ਨੂੰ ਹਸਪੀਟਲ ਲੈ ਗਏ। ਉਸ ਤੋਂ ਬਾਅਦ ਆਪਣਾ ਉੱਥੋਂ ਹੀ ਲੰਦਨ ਚਲੇ ਗਿਆ। ਜਦੋਂ ਲੰਦਨ ਗਿਆ ਫਿਰ ਮੈਂ ਫੋਨ ਮਾਰਿਆ, ਜ਼ਾਹਰੀ ਗੱਲ ਹੈ ਫਿਰ ਤਕਲੀਫ ਤਾਂ ਹੁੰਦੀ ਹੈ, ਖਾਧਾ ਪੀਤਾ ਨਾਲ, ਤੇ ਹਾਰ ਵੀ ਬੰਦੇ ਨੂੰ ਬਰਦਾਸ਼ਤ ਨਹੀਂ ਹੁੰਦੀ, ਆਪਣਾ ਬੰਦਾ ਹਾਰਦਾ ਹੋਵੇ। ਮੈਂ ਸ਼ੇਖ ਸਾਹਿਬ ਨੂੰ ਫੋਨ ਮਾਰਿਆ, ਕਹਿੰਦਾ ਆਸਮ ਕਿੱਥੇ ਵੇਂ? ਮੈਂ ਕਿਹਾ ਮੈਂ ਬਰੀਨ ਹੀ। ਕਿੱਦੋਂ ਆਇਆ? ਮੈਂ ਕਿਹਾ ਮੈਨੂੰ 2 ਸਾਲ ਹੋ ਗਿਆ, ਮੈਂ ਇੱਥੇ ਹੀ ਹਾਂ। ਅੱਛਾ, ਮੈਨੂੰ ਦੱਸਿਆ ਨਹੀਂ, ਹੁਣ ਮੈਂ ਆਉਣਾ ਤਾਂ ਮੇਰੇ ਕੋਲ ਆ, ਲਾਜ਼ਮੀ ਚੱਕਰ ਲਾਉਣਾ ਹੈ। ਮੈਂ ਕਿਹਾ ਇਨਸ਼ਾਅੱਲਾ ਲਾਜ਼ਮੀ ਆਵਾਂਗਾ ਸ਼ੇਖ, ਐਸੀ ਕਿਹੜੀ ਗੱਲ ਕੀਤੀ। ਸੁਬਾਹ ਖਬਰ ਆ ਗਈ ਫੌਤ ਹੋ ਗਈ, ਡੈਥ ਹੋ ਗਿਆ। ਬਾਜ਼ੀਆਂ ਦੇ ਦੌਰਾਨ 4-5ਵੀਂ ਬਾਜ਼ੀ ਫੌਤ ਹੋ ਗਿਆ। ਫਿਰ ਉਹ ਤੁਹਾਡੀ ਜ਼ਾਤੀ ਬਾਜ਼ੀਆਂ ਕਿੱਥੇ ਉੱਡੀਆਂ ਨੇ? ਮੇਰੀਆਂ ਆਪਣੀਆਂ, ਮੈਂ ਆਪਣੇ ਭਾਈ ਹੈ, ਮੇਰੇ ਬ੍ਰਦਰ ਇਲਾ ਚੌਧਰੀ ਆਮਰ ਪਿੰਡ ਦਾ। ਪਿਛਲੇ 6 ਸਾਲ ਤੋਂ ਅਸੀਂ, ਬਲਕਿ 6 ਵੀ ਨਹੀਂ 10 ਸਾਲ ਹੋ ਗਿਆ ਮੇਰੀ ਸ਼ਾਦੀ ਨੂੰ, ਕੋਈ 8-9 ਸਾਲ ਤੋਂ ਅਸੀਂ ਪ੍ਰੋਪਰ ਸ਼ੌਕ ਕਰਨੇ ਪਏ ਹਾਂ। ਅਸੀਂ ਬੇਬਾਹ ਟੂਰਨਾਮੈਂਟ ਜਿੱਤੇ ਨੇ, ਬੇਬਾਹ ਬਾਜ਼ੀਆਂ ਜਿੱਤੀਆਂ। 19 'ਚ ਅਸੀਂ ਕੋਈ ਬਾਜ਼ੀ ਨਹੀਂ ਹਾਰੇ, 20 'ਚ ਅਸੀਂ 1 ਬਾਜ਼ੀ ਹਾਰੇ ਹਾਂ, 21 'ਚ ਅਸੀਂ ਕੋਈ ਨਹੀਂ ਬਾਜ਼ੀ ਹਾਰੇ, 22 ਵਿੱਚ ਅਸੀਂ 1 ਬਾਜ਼ੀ ਹਾਰੇ ਹਾਂ। 4 ਸਾਲਾਂ 'ਚ ਅਸੀਂ 2 ਕਿ 3 ਬਾਜ਼ੀਆਂ ਹਾਰੇ ਹਾਂ, ਤੇ ਸਾਡੀ ਚੰਗੀਆਂ ਭਲੀਆਂ ਬਾਜ਼ੀਆਂ ਹੁੰਦੀਆਂ। 23 ਦੇ ਵਿੱਚ ਅਸੀਂ 9 ਘਰਾਂ ਕੋ ਹਾਰੇ ਹਾਂ, 31 ਕੋ ਜਿੱਤੇ ਹਾਂ। 24 'ਚ ਇਹ ਪਹਿਲਾ ਸੀਜ਼ਨ ਹੈ ਸਾਡਾ, ਇਹਦੇ ਵਿੱਚ ਅਸੀਂ ਬਰਾਬਰਾਂ 'ਚ ਰਹੇ, ਹਾਰੇ ਹਾਂ, ਸਾਨੂੰ ਹਾਰ ਆਈ ਹੈ ਤੇ ਪਿਪਲਾਂ ਵਾਲੇ ਪਾਸਿਓਂ ਆਈ ਹੈ ਜ਼ਿਆਦਾ। ਅੱਛਾ, ਬਾਜ਼ੀਆਂ ਉਧਰ ਪਿਪਲਾਂ ਵੀ ਲਾਈਆਂ? ਅਕਮਲ ਖਾਨ, ਅਮੀਰ ਮੁਖਤਿਆਰ, ਸਾਰਿਆਂ ਨਾਲ ਸਾਡੀਆਂ ਬਾਜ਼ੀਆਂ। ਉਹਦੀ ਵਜ੍ਹਾ ਹੁਣ ਮੈਂ ਤੁਹਾਨੂੰ ਦੱਸ ਦਵਾਂ, ਲੋਕੀ ਕਹਿੰਦੇ ਬਹਾਨਾ ਕਰਦੇ ਗਰਮੀ ਤੇ ਅਸੀਂ ਇੰਨੇ ਸਾਲ ਹੋ ਗਏ ਡੋਂਦੇ ਆ। ਪਹਿਲੀ ਬਾਜ਼ੀ ਸਾਨੂੰ 5 ਵਜੇ ਸਾਡੀ ਮਾਦੀ ਸਾਹਮਣੇ ਖਲੋਤੀ, ਤੂਫਾਨ ਪਿਆ, ਲੈ ਕੇ ਜਾਂਦਾ ਰਿਹਾ, ਅਗਲੇ ਦਿਨ ਮਾਦੀ ਆਈ। ਠੀਕ ਹੈ, ਦੂਜੀ ਬਾਜ਼ੀ, ਤੀਜੀ ਬਾਜ਼ੀ ਸਾਡੇ ਪਿੰਡੀ ਹਵਾ ਚੱਲੀ 46, ਸਾਡੀ ਪੱਟੀ ਨਾਲ ਪਰਾਂ ਇਸਲਾਮਾਬਾਦ ਹੈ। ਉੱਥੇ ਫੋਨ ਕਰਕੇ ਪੁੱਛਿਆ ਜੀ, ਕਹਿੰਦੇ ਪੱਤਾ ਵੀ ਨਹੀਂ ਹਿਲਦਾ ਪਿਆ, ਮਤਲਬ ਕਿ ਖਲਾਕ ਦੀ ਛੱਤ ਢੋਕ ਕਾਲਾ ਖਾਂ, ਪੱਤਾ ਵੀ ਨਹੀਂ ਹਿਲਦਾ ਪਿਆ। ਇੱਥੇ ਸਾਡੇ 46 ਹਵਾ ਕਬੂਤਰ, ਮੈਂ ਵੀਡੀਓ ਬਣਾਈਆਂ ਨੇ, ਕਬੂਤਰ ਇੱਕ ਟਾਵਰ ਉੱਤੇ ਨਹੀਂ ਗਏ। ਉਹ ਦੁਪਹਿਰ ਲੋ ਚੱਲਦੇ ਸੀ, ਔਰ ਦਬਾਓ ਦੀ ਹਵਾ ਕਬੂਤਰਾਂ ਨੂੰ ਥੱਲੇ ਸੁੱਟਦੀ ਹਵਾ। ਮੇਰੇ ਨਾਲ ਉਸ ਪੱਟੀ ਜਿੰਨੀ ਪਿਛਲੇ ਸਾਲ ਚੈਂਪੀਅਨ ਹੋਏ ਨੇ, ਆਪਣਾ ਖਾਲਦ ਖਟਕ ਦੇ ਸ਼ਾਗਿਰਦ ਪਠੇਲ, ਕਿਸੇ ਕੋ ਨਹੀਂ ਹਰੇ ਉਹ ਪਿਛਲੇ ਸਾਲ। ਠੀਕ ਹੈ, ਉਹ ਅੱਲਾ ਤੁਹਾਡਾ ਭਲਾ ਕਰੇ। 9 ਵਜੇ 9:30 ਵਜੇ ਬੁੱਕ, ਮੈਂ ਸਾਡੀ ਪੱਟੀ ਸਾਡੀ ਫਿਰ ਵੀ 11 11:30 ਵਜੇ ਤੱਕ ਉਸ ਤੂਫਾਨ 'ਚ ਕਬੂਤਰ ਲੜ ਗਿਆ। ਦੂਜੇ ਫਿਰ ਤੀਜੀ ਫਿਰਤ ਵੀ ਇੰਜ, ਚੌਥੀ ਫਿਰਤ। ਅੱਛਾ, ਫਿਰ ਟ੍ਰੈਜਡੀ ਦੀ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਮੈਂ ਬਾਹਰੋਂ ਆਉਣ ਤੋਂ ਪਹਿਲਾਂ ਮੁਹਾਵਜ਼ ਜਿਹੜਾ ਸੀ ਸਾਡਾ, ਉਹਦੇ ਵਾਲਦ ਫੌਤ ਹੋ ਗਿਆ, ਪਿੱਛੇ ਚਲਾ ਗਿਆ, ਪਿੱਛੇ ਬੰਦਾ ਕੋਈ ਨਾ, ਆਪ ਹੀ ਲੱਗੇ ਰਿਹਾ। ਮੈਂ 2 ਦਿਨ ਪਹਿਲਾਂ ਪਹੁੰਚਿਆ ਵਾਂ, 1 ਫਿਰਤ ਵੇਖੀ ਹੈ ਮੈਂ ਉੱਥੇ ਕਬੂਤਰਾਂ ਦੀ। ਠੀਕ ਹੈ, ਕਬੂਤਰ ਫਿਰਤ ਵੇਖ ਕੇ ਫਿਰ ਟ੍ਰੈਜਡੀ ਹੋਈ ਮੇਰੇ ਬ੍ਰਦਰ ਇਨ ਲਾ ਦੇ ਨਾਲ, ਉਹਨਾਂ ਦੀ ਕੁਝ ਜ਼ਮਾਨਤਾਂ ਕੈਂਸਲ ਹੋ ਗਈਆਂ, ਉਹ ਵੀ ਅੰਦਰ। ਚੌਥੀ ਬਾਜ਼ੀ ਉਹ ਵਾਪਸ ਬਾਹਰ ਆਏ। ਠੀਕ ਹੈ, ਕੋਈ ਉਹਨਾਂ ਜ਼ਮੀਨਾਂ ਦਾ ਆਪਸ 'ਚ ਸੀ, ਤੇ ਬਸ ਟ੍ਰੈਜਡੀਆਂ ਆਈਆਂ, ਪਲੱਸ ਮੌਸਮੀ ਆਏ। ਫਿਰ ਜਾ ਕੇ ਕਬੂਤਰ ਸਿੱਧੇ ਪੱਧਰੇ ਕੀਤੇ। ਜਿਸ ਦਿਨ ਗਰਮੀ ਪੈਂਦੀ ਸੀ ਉਸ ਦਿਨ ਘਰ ਸਾਡੇ ਕਬੂਤਰ ਫਿਰ ਸ਼ਾਮ ਤੱਕ ਚੱਲ ਜਾਣ। 11ਵੀਂ ਬਾਜ਼ੀ ਵੀ ਸਾਡੇ 4:45 ਵਜੇ ਤੱਕ ਕਬੂਤਰ ਬੈਠੇ ਨੇ। ਇੱਕ ਕਬੂਤਰ ਸਾਹਮਣੇ ਖਲੋਤਾ, ਰਾਤ ਪਾਰ ਹੋ ਗਿਆ, ਅਗਲੇ ਦਿਨ ਆਇਆ। ਅੱਛਾ, ਪਿੰਡੀ ਵਾਲੀ ਸਾਈਡ ਤੇ, ਪਤਾ ਨਹੀਂ ਇਸਲਾਮਾਬਾਦ ਵਾਲੀ ਸਾਈਡ ਤੇ ਕੋਈ ਕਿਆਨੀ ਸਾਹਿਬ ਹੈਗੇ ਨੇ, ਬੜੇ ਉਹਨਾਂ ਦੇ ਡਾਡੇ ਕਬੂਤਰ। ਬਾਰ-ਬਾਰ ਬਣੀ ਗੱਲ ਇਸ ਸਾਈਡ ਤੇ ਜਿਹੜੇ ਇਲਾਕੇ ਨੇ ਉੱਥੇ ਮੌਸਮ ਦੇ, ਉੱਥੇ ਜਿਹੜੇ ਨੇ ਹਵਾਵਾਂ ਘੱਟ ਚਲੀਆਂ ਨੇ, ਮੈਂ ਦੱਸਣ ਦਿਆ ਵਾ, ਤੇ ਉੱਥੋਂ ਦੇ ਮੌਸਮ ਔਰ ਉਹਨਾਂ ਦੇ ਕਬੂਤਰ ਬਹੁਤ ਅੱਛੇ ਉੱਡੇ ਨੇ। ਸੁਣਿਆ ਉੱਡੇ ਵੀ ਪਾਬੰਦ ਨੇ, ਪਾਬੰਦ ਕਬੂਤਰ ਉੱਡੇ ਨੇ, ਲਾਜਵਾਬ ਉੱਡੇ ਨੇ, ਘਟੇ ਵੀ ਨਹੀਂ ਹੈ ਨਾ ਯਾਰ। ਪਿੱਛੇ ਅਸੀਂ ਜਿਹੜੇ 4 ਸਾਲ ਉੱਡੇ ਆ ਨਾ, 5 ਅਸੀਂ ਵੀ ਪਾਬੰਦ ਹੀ ਉੱਡੇ ਆ, ਘਟਿਆ ਵਧਿਆ ਪਾਉਣ ਕੋਈ ਨਹੀਂ।
ਤੇ ਸਾਡੇ ਕਬੂਤਰ ਵੀ ਜਿਹੜੇ ਨੇ ਨਾ ਇਹ ਆਖਰੀ ਬਾਜੀ ਤੱਕ 10-10 ਰਹਿੰਦੇ ਹੀ ਹੁੰਦੇ ਸਨ, ਕਦੀ ਇੰਜ ਜ਼ਾਇਆ ਨਹੀਂ ਸੀ ਹੋਏ ਜਿਵੇਂ ਐਰਕੀ ਤੂਫਾਨ ਪਏ ਨੇ। ਯਾਰ ਪਿਪਲਾਂ ਹੀ ਤੁਹਾਡੀਆਂ ਜ਼ਿਆਦਾ ਬਾਜ਼ੀਆਂ ਲੱਗਦੀਆਂ ਉਧਰ? ਨਹੀਂ ਨਹੀਂ, ਸਾਡੀਆਂ ਪੂਰੇ ਆਪਣਾ ਪੰਜਾਬ ਦੇ ਨਾਲ ਸੀ, ਆਪਣਾ ਮੋਜੀ ਸ਼ਾਹ ਦੇ ਨਾਲ ਸੀ, ਇੰਜ ਰਾਜੇ ਕਾਕੇ ਦੇ ਸ਼ਗੀਰਦ ਨੇ ਮੰਡੀ ਵਿੱਚ ਉਹਨਾਂ ਦੇ ਨਾਲ ਸੀ, ਮੋਇਨ ਮੁੱਲਾ ਤਾਰਾ ਵਾਲੇ ਸ਼ਬਾਜ਼ ਗੋਂਦਲ ਦੇ ਨਾਲ ਸੀ। ਕਾਫੀਆਂ ਅਸੀਂ ਜਿੱਤੇ ਆ, ਇੱਕ ਤੇ ਦੋ ਕੋ ਹਰੇ ਆ ਇਹਨਾਂ ਚੋਂ। ਪਿਪਲਾਂ ਕਿੱਥੋਂ ਹਰੇ ਹੋ? ਅਕਮਲ ਖਾਨ ਸਾਹਿਬ ਕੋਲ? ਕਮਲ ਖਾਨ ਹੋਰਾਂ 6-3 ਤੋਂ ਹਰੇ ਆ, ਤੇ ਬਾਕੀ ਉਹ ਸਾਡੇ ਕੋਲ ਲੀਡ ਨਾਲ ਜਿੱਤ ਗਏ। ਸਾਨੂੰ ਸਿਰਫ ਉਹ ਐਵਰੇਜ ਤੋੜ ਗਈ ਨਾ ਆਪਣਾ ਪਹਿਲੀਆਂ ਜਿਹੜੀਆਂ ਪਰਵਾਜ਼ਾਂ ਨੇ। ਬੜਾ ਅੱਛਾ ਸ਼ੌਕ ਹੋਇਆ ਹੁਣ ਸ਼ੁਰੂਆਤ ਹੈ ਪੰਜਾਬ ਦੀ ਗਾਂ, ਫਿਰ ਹਾਰ ਜਿੱਤ ਤੇ ਨਸੀਬ, ਇਹ ਤੇ ਫਿਰ ਗੇਮ ਦਾ ਹਿੱਸਾ ਹੈ। ਲੇਕਿਨ ਉੱਡਣ ਨੇ ਅਸੀਂ ਅੱਛਾ ਤੁਹਾਡੀ ਪਾਰਟੀ ਦਾ ਕਿਤੇ ਜ਼ਿਕਰ ਨਹੀਂ ਹੈਗਾ, ਮੇਰੀ ਗੱਲ ਦਾ ਗੁੱਸਾ ਨਹੀਂ ਮਨਾਉਣਾ ਤੁਸੀਂ, ਉਹਦੀ ਗੁੱਸਾ ਸਭ ਨਹੀਂ ਤੋਂ ਕਰਨਾ। ਵੱਡੀ ਵਜ੍ਹਾ ਇਹ ਹੈ ਕਿ ਮੈਂ ਮੀਡੀਆ ਤੋਂ ਬਾਅਦ ਤੁਸੀਂ ਪਹਿਲੇ ਬੰਦੇ ਹੋ ਜਿਹੜਾ ਮੇਰਾ ਇੰਟਰਵਿਊ ਲੈ ਰਹੇ ਹੋ, ਨਹੀਂ ਸੀ ਤੇ ਅਸੀਂ ਆਪੇ ਹੀ ਜਿਹੜੇ ਨਾ ਮੁੰਡੇ ਮੇਰੇ ਸ਼ਗੀਰ ਟਿਕਟੋਕ ਤੇ ਲਾਉਂਦੇ ਲੁੰਦੇ ਰਹਿੰਦੇ ਨੇ ਵੀਡੀਓ। ਪੰਜਾਬ 'ਚ ਹੋਏਗੀ ਹਾਂ ਨਾ ਉਹ, ਹਾਂਜੀ, ਲੇਕਿਨ ਲਾਹੌਰ 'ਚ ਕਿਸੇ ਦਾ ਕੋਈ ਜ਼ਿਕਰ ਹੀ ਨਹੀਂ ਮੈਂ ਕਰਦਾ। ਨਹੀਂ ਕੀਤੇ, ਸ਼ਗੀਰ ਦੀ ਨਹੀਂ ਕੀਤੇ। ਆਨ ਜਾਨ ਨਹੀਂ ਸੀ ਐਸਾ। ਸਾਹਿਬ ਦੇ ਟੋਟਲ 3 ਕੇ 4 ਸ਼ਗੀਰ ਸੀ, ਉਹ ਵੀ ਨਹੀਂ ਸੀ ਕਰਦੇ ਸ਼ਗੀਰ ਦੇ। ਇਹ ਤੇ ਮੈਂ ਹੁਣ ਸਿਲਸਿਲਾ ਸ਼ੁਰੂ ਕੀਤਾ, ਪਾਰਟੀ ਵਾਲਾ ਸਾਹਿਬ ਦੇ ਨਾਂ ਤੋਂ ਚਲਾਈਏ, ਤੇ ਅੱਗੋਂ ਹੁਣ ਸ਼ੁਰੂ ਕੀਤੀ ਤੇ ਅੱਲਾਹ ਪਾਕ ਨੇ ਹੁਣ ਬੜਾ ਜ਼ਿਆਦਾ ਕੀਤਾ। ਮਾੜੇ ਤੋਂ ਮਾੜਾ ਬੰਦਾ ਵੀ ਮੈਂ ਸ਼ਗਿਰਦ ਕੀਤਾ ਹੈ, ਤੇ ਚੰਗੇ ਤੋਂ ਜਿਹੜਾ ਆ ਜਾਵੇ। ਸਿਰਫ ਇਹ ਹੀ ਉਹਨਾਂ ਨੂੰ ਕਿਹਾ ਕਿ ਨਹੀਂ। ਮੈਂ ਮੁਖਾਲਫਾਂ ਦੇ ਵੀ ਯਾਰ ਆਪਣਾ ਸ਼ਗਿਰਦ ਕਬੂਤਰ ਉਡਾਏ ਨੇ ਪਹਿਲਾਂ, ਤੇ ਫੇਰ ਸ਼ਗਿਰਦ ਕੀਤੇ ਨੇ। ਵਾਹ, ਇਹੋ ਜਿਹੇ ਵੀ ਬੰਦੇ ਮੇਰੇ ਸ਼ਗਿਰਦ ਹੈ ਨੇ, ਗਵਾਹ ਨੇ, ਕਹੋਗੇ ਤਾਂ ਤੁਹਾਨੂੰ ਦੱਸਦਾ, ਜਿਨ੍ਹਾਂ ਨੇ ਮੈਂ ਪਹਿਲਾਂ ਕਬੂਤਰ ਉਡਾਏ ਨੇ ਤੇ ਬਾਅਦ ਚੋਂ ਸ਼ਗਿਰਦ ਹੋਏ ਨੇ। ਹੁਣ ਵੀ ਵੈਸੇ ਇਸ ਤਰ੍ਹਾਂ ਹੀ ਉਹਦੀ ਵਜ੍ਹਾ ਪਤਾ ਕੀ, ਮੈਂ ਮੀਡੀਆ ਦੇ ਉੱਤੇ ਨਾ ਸਿਰਫ ਤੁਸੀਂ ਹੋ ਨਾ ਕਿਸੇ ਤੇ ਆਏਗੇ, ਇੰਨੇ ਇੰਟਰਵਿਊ ਦਿੱਤੇ ਹੀ ਨਹੀਂ ਜਾਂ ਕੋਈ ਕੀਤੇ। ਜੇ ਮੈਂ ਵੀ ਇੰਜ ਹਲਚਲ ਕਰਦਾ ਤੇ ਹੋ ਸਕਦਾ ਮੇਰੇ ਵੀ ਅੱਜ ਹਜ਼ਾਰਾਂ ਨੇ ਸ਼ਗਿਰਦ ਹੁੰਦੇ। ਸਹੀ ਗੱਲ ਹੈ। ਜੋ ਹਾਲਾਂਕਿ ਤੁਹਾਡਾ ਜਿੰਨਾ ਮੈਂ ਗਾਈਡ ਕਰਨਾ, ਅੱਜ ਤੱਕ ਮੇਰੇ ਕਿਸੇ ਸ਼ਗਿਰਦ ਨੂੰ ਪੁੱਛ ਲਓ, ਮੈਸੇਜ ਆਇਆ ਉਸੇ ਟਾਈਮ ਜਵਾਬ, ਹਰ ਜਿਹੋ ਜਿਹਾ ਖਿਡਾਰੀ ਉਹਨੂੰ ਉਹੋ ਜਿਹਾ ਦੱਸਿਆ। ਆਸਮ ਭਾਈ ਹੁਣ ਅਸੀਂ ਆਈਏ ਲਮਲ, ਤਿਆਰੀ ਦਾ ਪ੍ਰੋਸੈਸ ਸ਼ੁਰੂ ਹੁੰਦਾ ਪਰ ਪਟਾਈ ਤੋਂ। ਹਾਂ, ਪਰ ਪਟਾਈਆਂ ਦੌਰਾਨ ਕੀ ਆਪਣਾ ਪੂਰਾ ਪ੍ਰੋਸੀਜਰ ਹੈ, ਕੀ ਕੈਨਵਸ ਹੈ? ਪਰ ਪਟਾਈ ਸਭ ਤੋਂ ਪਹਿਲਾਂ ਹੁੰਦਾ ਦਾਣਾ, ਹਾਂ, ਤੁਸੀਂ ਕਿਹੜਾ ਪਾਉਣੇ। ਹੂੰ, 12 ਮਹੀਨੇ ਉੱਡਣ ਵਾਲੇ ਕਬੂਤਰਾਂ ਨੂੰ ਚਨਾ ਤੇ ਬਾਜਰਾ, ਇਸ ਤੋਂ ਇਲਾਵਾ ਮੈਂ ਅਜੇ ਤੱਕ ਕੁਝ ਨਹੀਂ ਪਾਉਂਦਾ। ਚਨਾ ਤੇ ਬਾਜਰਾ, ਸਿਰਫ ਚਨਾ ਤੇ ਬਾਜਰਾ। ਬਾਜਰਾ ਕੋਈ ਖਾਸ, ਚਨਾ ਕੋਈ ਖਾਸ? ਸਭ ਤੋਂ ਚੰਗਾ ਬਾਜਰਾ ਜੇ ਕਿ ਕੋਈ ਹੈ ਵੇ ਨਾ, ਤੇ ਉਹ ਕਮਰ ਮਸਾਨੀ ਦਾ ਰੁਝਾਨ ਹੈ। ਹਾਏ ਜਿਹੜਾ ਹਾਏ ਹਾਏ। ਲੰਮਾ ਬਾਜਰਾ ਹੈ, ਖਾਲੀ ਉਹ ਬਾਜਰਾ ਪਾ ਦਿਓ ਨਾ। ਨਹੀਂ, ਉਹ ਤੇ ਛੋਟਾ ਛੋਟਾ ਬਾਜਰਾ ਨਹੀਂ, ਲੰਮਾ ਬਾਜਰਾ ਚੌਲਾਂ ਜਿੱਡਾ ਲੰਮਾ ਹੁੰਦਾ ਹੈ। ਖਾਲੀ ਉਹ ਬਾਜਰਾ ਤੁਸੀਂ ਪਾਓਗੇ ਨਾ, ਤੇ ਤੁਸੀਂ ਤੁਹਾਡਾ ਕਬੂਤਰ 2 ਘੰਟੇ ਪ੍ਰਵਾਜ਼ ਵਧਾਈਏਗਾ। ਤੁਹਾਨੂੰ ਨੁਸਖੇ ਦੀ ਲੋੜ ਨਹੀਂ, ਖਾਲੀ ਉਸ ਬਾਜਰੇ 'ਚ ਇੰਨੀ ਤਾਕਤ ਹੈ। ਤੇ ਉਹ ਇਹ ਤੁਹਾਡੇ ਬਾਜਰੇ ਦੇਸੀ ਨਾਲੋਂ ਵੀ 3 ਗੁਣਾ ਜ਼ਿਆਦਾ ਮਹਿੰਗਾ ਬਾਜਰਾ ਹੈ। ਉਹ ਮੁਲਤਾਨ ਵਾਲੀ ਸਾਈਡ ਤੋਂ ਹੀ ਕਮਰ ਮਿਲਦਾ। ਮਸਾਨੀ ਮੀਆਂ ਵਾਲੀ ਉਧਰ ਅੱਛਾ, ਉਧਰੋਂ ਨਾ, ਮਿਲਦਾ। ਪਹਾੜੀ ਇਲਾਕੇ ਹੁੰਦਾ ਬਹੁਤ ਘੱਟ ਹੈ ਤੇ ਹੁੰਦਾ ਬਹੁਤ ਤਾਕਤ ਵਾਲਾ ਹੈ। ਅੱਛਾ ਜੀ। ਚਨਾ ਬਾਜਰਾ, ਉਹਦੀ ਵਜ੍ਹਾ ਵਜ੍ਹਾ? ਲੋਕੀ ਰੰਗ ਬਰੰਗੇ ਦਾਣੇ ਪਾਉਂਦੇ ਨੇ ਕਬੂਤਰ ਨੂੰ। ਜਦੋਂ ਤੁਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਸੂਰਜਮੁਖੀ, ਤੋਰੀਆ, ਖੁਰਦਮ ਤੇ ਮੋਂਗ ਸ਼ੌਂਕ ਪਾ ਕੇ ਤਾਕਤ ਚ ਕਰ ਲੋਗੇ, ਜ਼ੋਰ ਚ ਕਰ ਲੋਗੇ, ਤੇ ਫਿਰ ਉਹ ਤੁਹਾਡੇ ਦਾਣੇ ਪਾਣੀ ਨੂੰ ਕਿੱਥੋਂ ਮੰਨੇਗਾ। ਉਹ ਆਲਰੇਡੀ ਬੜਾ ਕੋ ਅੱਗੇ ਗਰਮ ਵੱਡੀ ਗੱਲ ਕਰ ਦਿੱਤੀ ਹੈ। ਜਿੱਥੇ ਤੁਸੀਂ ਉਹਨੂੰ ਡਾਈਟ ਇਸ ਤੇ ਲੈ ਕੇ ਆਓਗੇ, ਜਦੋਂ ਤੁਸੀਂ ਉਹਨੂੰ ਬਣਾ ਕੇ ਕਬੂਤਰ ਨੂੰ ਫਿਰਤਾ ਪੂਰੀਆਂ ਕਰਕੇ ਲਿਆ ਕੇ ਖੁਰਾਕੇ ਚਾੜਨਾ ਹੈ, ਉੱਥੋਂ ਕਬੂਤਰ ਨੇ ਤੁਹਾਡੇ ਜਿਸਮ ਵੀ ਫੜਨਾ ਹੈ। ਫਿਰ ਜਿੱਥੇ ਤੁਸੀਂ ਉਹਨੂੰ ਟੱਚ ਕਰਨਾ, ਉਸ ਕਬੂਤਰ ਨੇ ਤੇ ਮੰਨਣਾ ਹੈ। ਜਦੋਂ ਉਹਦੇ ਅੰਦਰ ਤਾਕਤ ਵਾਲੀ ਚੀਜ਼ ਜਾਣੀ ਹੈ, ਐਕਸਟਰਾ ਚੀਜ਼ ਜਾਣੀ ਹੈ, ਤੇ ਉਹਨੇ ਤਾਂ ਹਲਚਲ ਹੋਣੀ ਹੈ। ਇਹ ਵੀ ਤਾਕਤ ਹੀ ਹਾਂ, ਉਹਨੂੰ ਹਲਚਲ ਹੋਣੀ ਹੈ, ਉਹਨੇ ਆਪਣਾ ਆਪ ਕੰਮ ਕਰਕੇ ਹੀ ਆਉਣਾ। ਲੇਕਿਨ ਇਹਦਾ ਉਹ ਫੰਕਸ਼ਨ ਨਹੀਂ ਜਿਹੜਾ ਦੂਸਰਿਆਂ ਦਾਣਿਆਂ ਦਾ ਫੰਕਸ਼ਨ ਹੈ, ਉਹ ਐਕਸਟਰਾ ਪਾਵਰ ਨੇ। ਉਹ ਪਹਿਲਾਂ ਹੀ ਪਾਵਰ ਦੇ ਲਿਓਗੇ, ਉਹਦਾ ਕੀ ਫਾਇਦਾ। ਹਾਂ, ਬਾਜਰੇ ਨੇ ਵੀ ਕਬੂਤਰ ਨੂੰ ਮੋਟਾ ਹੀ ਰੱਖਣਾ, ਚਨੇ ਨੇ ਵੀ ਮੋਟਾ ਹੀ ਰੱਖਣਾ। ਤੁਸੀਂ ਸੁੱਕਾ ਬਾਜਰਾ ਵੀ ਪਾ ਲਓ, ਕਬੂਤਰ ਕਮਜ਼ੋਰ ਨਹੀਂ ਹੁੰਦਾ। ਨਹੀਂ ਹੁੰਦਾ, ਨਹੀਂ ਹੁੰਦਾ। ਫੈਟ ਉਹਦੇ ਉੱਤੇ ਫਿਰ ਵੀ ਹੁੰਦੀ ਹੈ। ਹੁੰਦਾ ਮੇਨ ਚੀਜ਼ ਤਾਂ ਕਬੂਤਰ ਚਰਬੀ ਚਾੜਨੀ ਹੈ ਨਾ। ਹਾਂ, ਲੋਕੀ ਦੇਸੀ ਘਿਓ ਪਾਉਂਦੇ ਨੇ ਨਾ, 5-5 ਕਿਲੋ ਅਸੀਂ ਖਵਾਤੇ। ਮੈਂ ਅਜੇ ਤੱਕ ਦੇਸੀ ਘਿਓ ਨਹੀਂ ਪਾਇਆ, ਖਿਲਾਫ ਹਾਂ ਮੈਂ ਦੇਸੀ ਘਿਓ ਦੇ। ਦੇਸੀ ਘਿਓ ਨਾਲ ਕਬੂਤਰ ਜ਼ਾਇਆ ਬਹੁਤਾ ਹੁੰਦਾ, ਕਟਿਆ ਜਾਂਦਾ। ਜਿੱਥੇ ਗਰਮ ਹੋਏ ਕਬੂਤਰ ਤਲਕ ਹੋਵੇ, ਤਲਾਵਾਂ ਤੇ ਡਿੱਗਣਗੇ, ਖੂਨ ਗਰਮ ਹੋ ਜਾਂਦਾ ਕਬੂਤਰ ਦਾ। ਉਹਨੂੰ ਕਿਵੇਂ ਮੁਤਦਲ ਕਰੋਗੇ, ਕਿਵੇਂ ਉਹਨੂੰ ਠੰਡਾ ਖੂਨ ਕਰੋਗੇ। ਇਹ ਜਿਹੜਾ ਦਾਣਾ ਪਾਣੀ ਤੁਸੀਂ ਦੇ ਰਹੇ ਹੋ ਪਰ ਪਟਾਈ ਦੇ ਦਰਮਿਆਨ, ਬਾਜਰਾ ਤੇ ਕਰਨਾ ਇਹ ਬਾਜਰਾ ਤੇ ਚਨਾ। ਬਰੀਡਰ ਕਬੂਤਰਾਂ ਨੂੰ ਚੰਗਾ ਦਾਣਾ ਪਾਓ, ਮਿਕਸ ਦਾਣਾ ਪਾਓ, ਠੀਕ ਹੈ, ਚੰਗਾ। ਲੇਕਿਨ ਜਦੋਂ ਬੱਚੇ ਦਾ ਫਲੌਗ ਪਾਲ ਕੇ ਆ ਗਿਆ ਨਾ ਤੁਹਾਡੀ ਉੱਡਣ ਵਾਲੀ ਲੋਕ, ਤੇ ਸਿਰਫ ਚਨੇ ਬਾਜਰੇ ਤੇ ਰੱਖੋ। ਇਹਦੇ ਨਾਲ ਕਬੂਤਰ ਤਲਖ ਨਹੀਂ ਹੋ ਜਾਂਦੇ? ਚਨੇ ਬਾਜਰੇ ਨਾਲ ਕਿਹੜਾ ਤਲਖ ਹੋਣਾ ਕਬੂਤਰ? ਬਾਜਰਾ ਤੇ ਤਲਖ ਹੀ ਹੁੰਦਾ ਨਾ। ਕੋਈ ਤਲਖ ਨਹੀਂ ਹੁੰਦਾ ਕਬੂਤਰ। ਮੈਂ ਕਹਿੰਦਾ ਵਾ ਤੂੰ ਇਹ ਕਰਕੇ ਵੇਖੋ, ਮੈਂ ਤੇ ਇਹੀ ਕਰਨਾ।
ਮੈਂ ਤੇ ਆਪਣੀ ਕਬੂਤਰਬਾਜ਼ੀ ਦੱਸਦਾ। ਕੋਈ ਸਪੈਸ਼ਲ ਦਾਣੇ ਨਹੀਂ ਬਣਵਾਉਂਦੇ ਪਰ ਪਟਾਈ ਦੇ ਨਾ ਦੌਰਾਨ, ਨਾ ਨਾ, ਪਰ ਵੀ ਠੀਕ ਨਿਕਲਦੇ। ਬਿਹਤਰੀਨ ਪਰ ਚਨੇ 'ਚ ਬੜੀ ਪ੍ਰੋਟੀਨ ਹੈ। ਹਾਂ ਪ੍ਰੋਟੀਨ ਹੈ ਨਾ, ਕਾਰਬੋਹਾਈਡਰੇਟ ਪ੍ਰੋਟੀਨ ਫੈਟ ਤਿੰਨ ਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਕਬੂਤਰ ਨੂੰ, ਹੋਰ ਚੌਥੀ ਕਿਹੜੀ ਚਾਹੀਦੀ। ਔਰ ਉਹ ਤਿੰਨੋਂ ਚੀਜ਼ਾਂ ਹੈਗੀਆਂ ਨੇ। ਬਾਜਰੇ ਦੇ ਵਿੱਚ ਵੀ ਉਹ ਬੜੇ ਹਾਈ ਕੋਲੇਸਟ੍ਰੋਲ ਫੈਟ ਸਭ ਪ੍ਰੋਟੀਨ ਹੈ ਨਾ, ਕਾਰਬੋਹਾਈਡਰੇਟ ਪ੍ਰੋਟੀਨ ਫੈਟ ਤਿੰਨ ਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਕਬੂਤਰ ਨੂੰ, ਹੋਰ ਚੌਥੀ ਕਿਹੜੀ ਚਾਹੀਦੀ। ਔਰ ਉਹ ਤਿੰਨੋਂ ਚੀਜ਼ਾਂ ਹੈਗੀਆਂ ਨੇ। ਬਾਜਰੇ ਦੇ ਵਿੱਚ ਵੀ ਉਹ ਬੜੇ ਹਾਈ ਕੋਲੇਸਟ੍ਰੋਲ ਫੈਟ ਸਭ ਤੋਂ ਜ਼ਿਆਦਾ ਹੈ ਹੀ ਬਦਾਮਾਂ ਦੇ ਵਿੱਚ। ਬਦਾਮ ਤੁਸੀਂ ਆਪਣਾ ਇਸਤੇਮਾਲ ਬਾਅਦ ਚੋਂ ਕਰਦੇ ਨਹੀਂ ਜੇ, ਉਹਦੀ ਉਹ ਪੂਰੀ ਕਰ ਦਿੰਦੇ। ਠੀਕ ਹੈ, ਪਰ ਬੜੇ ਅੱਛੇ ਨਿਕਲ ਆਏ। ਆਹੋ, ਫਿਰ ਤਾਂ ਸਟਾਰਟ ਹੋ ਗਈ। ਉਹਨਾਂ ਨੂੰ ਫਿਰ ਤਾਂ ਦੀ ਨਵਾਈਆਂ ਕੀ ਦਿਓ, ਟੈਕਨੀਕ ਉਹਨਾਂ ਹੈ? ਦੀਆਂ ਜੂਆਂ ਮਾਰੋ ਨਵਾਈਆਂ ਦੇ ਦੌਰਾਨ। ਉਹਨਾਂ ਨੂੰ ਕੋਈ ਪਿੰਕੀ ਪਾ ਲਓ, ਕੋਈ ਫੜਕੜੀ ਖਿਲ ਕਰਕੇ ਪਾ ਲੈਂਦਾ, ਕੋਈ ਬਾਥ ਸਾਲਟ ਪਾ ਲੈਂਦੇ ਨੇ, ਜਿਹਦਾ ਜੋ ਪੁੱਜਦਾ ਉਸ ਹਿਸਾਬ ਨਾਲ। ਇਹ ਪਰ ਪਟਾਈ ਤੋਂ ਬਾਅਦ ਬਾਥਸ ਦੇਤੇ ਸੀ। ਜੋ ਚੱਪੇ ਚੁੱਪੇ ਤੇ ਆ ਕੇ ਨਵਾਈਆਂ ਸ਼ਵਾਈਆਂ ਦਿੱਤੀਆਂ। ਉਸ ਤੋਂ ਬਾਅਦ ਕਬੂਤਰਾਂ ਨੂੰ 2-4 ਦਿਨ ਬਾਹਰ ਬਿਠਾਓ, ਲਗਾਤਾਰ 10 ਦਿਨ ਮਾਰੋ ਕਬੂਤਰ। ਹਾਏ ਹਾਏ ਚੰਗਾ ਤੇ ਸਾਜੀ ਭਾਵੇਂ ਸਦਕੇ ਮਾਰਾ। ਜਾਵਾਂ। ਲਗਾਤਾਰ ਜਿਸ ਬੰਦੇ ਨੇ ਪਿਆਰ ਕੀਤਾ ਨਾ, ਅੱਜ ਸ਼ਾਮ ਨੂੰ ਬੈਠਾ ਯਾਰ ਚੱਲ ਇੱਕ ਡੱਕ ਦੇ ਦਾ, ਉਹ ਕਬੂਤਰ ਫਿਰ ਨੱਸ ਜਾਂਦੇ ਨੇ। ਲਗਾਤਾਰ ਮਾਰੋ, ਔਰ ਉਨੀ ਦੇਰ ਤੱਕ ਮਾਰੋ ਜਿੰਨੀ ਦੇਰ ਤੱਕ ਕਬੂਤਰ 5 ਘੰਟੇ ਤੋਂ ਉੱਤੇ ਨਾ ਚਲਾ ਜਾਵੇ। ਲਗਾਤਾਰ ਮਾਰਨ ਨਾਲ ਕਬੂਤਰ ਇੱਕ ਦੋ ਜੰਪ ਮਾਰ ਰਿਹਾ ਹੁੰਦਾ, ਫਿਰ ਪਿੱਛੇ ਆਉਂਦਾ। ਆਉਂਦੇ ਹੀ ਆਉਂਦੇ ਨੇ। ਹਰ ਕਬੂਤਰ ਨੇ ਬੈਕ ਮਾਰਨੀ ਹੁੰਦੀ ਹੈ, ਕੋਈ ਕਬੂਤਰ ਐਸਾ ਹੈ ਨਹੀਂ ਜੇ ਬੈਕ ਨਾ ਮਾਰੇ। ਬੰਦੇ ਨੂੰ 7 ਦਿਨ ਜਿਵੇਂ ਚੱਲ ਜਾਏ, ਬਾਈ ਖਲੀਆਂ ਨਹੀਂ ਪੈ ਜਾਂਦੀਆਂ, ਉਹ ਖਲੀਆਂ ਹੀ ਅਸਲ ਬੈਕ ਹੁੰਦੀ ਹੈ। ਉਹ ਖਲੀਆਂ ਤੋੜਨਾ ਹੀ ਅਸਲ ਕਮਾਲ ਹੈ। ਉਹਦੇ ਵਿੱਚ ਆ ਕੇ ਕਬੂਤਰਬਾਜ਼ ਸਭ ਤੋਂ ਵੱਡੀ ਜਿਹੜੀ ਗਲਤੀ ਕਰਦੇ ਨੇ, ਇਹਨਾਂ ਨੂੰ ਦਵਾ ਦਾ ਖੁਰਾਕ ਤੋਂ ਦਿੰਦੇ ਨੇ ਕਬੂਤਰ ਬੈਕ ਮਾਰ ਕੇ ਨੇ। ਨਹੀਂ, ਕਬੂਤਰ ਬੈਗ ਮਾਰੇ ਉਹਦਾ ਇਲਾਜ ਫਿਰ ਵੀ ਡੰਡਾ ਹੀ ਹੈ। ਆਹਾ, ਉਹਨੂੰ ਡੰਡਾ ਮਾਰੋ 4-5 ਦਿਨ, ਕਬੂਤਰ ਉੱਥੋਂ ਹੀ ਜਿਸਮ ਆਪਣਾ ਖਲੀਆਂ ਤੋੜ ਕੇ ਵਾਪਸ ਜਦੋਂ ਜਾਣ ਲੱਗੇ ਨਾ ਆਪਣੀ ਪ੍ਰਵਾਸ ਤੇ, ਫਿਰ ਖੁਰਾਕ ਸ਼ੁਰੂ ਕਰੋ। ਫਿਰ ਕਬੂਤਰ ਤੁਹਾਡਾ ਕਹਿਣਾ ਵੀ ਮੰਨੇਗਾ, ਉਹਦਾ ਹਾਜ਼ਮਾ ਵੀ ਖਰਾਬ ਨਹੀਂ ਹੋਏਗਾ। ਦੁਪਹਿਰੇ ਤੁਸੀਂ ਦਾਣਾ ਪਾਇਆ ਤੇ ਸਵੇਰ ਤੱਕ ਉਹ ਖਾਲੀ ਵੀ ਹੋਏਗਾ। ਲਾਡ ਪਿਆਰ ਘੱਟ ਫਿਰਤਾ ਇਹ ਬੰਦੇ ਨੂੰ ਮਰਵਾਉਂਦੀਆਂ ਨੇ। ਤੇ ਫਿਰ ਇੱਕ ਹੋਰ ਸਭ ਤੋਂ ਵੱਡੀ ਗੱਲ ਜਿਹੜੀ 90% ਬੰਦੇ ਮਰਦੇ ਨੇ, ਕਬੂਤਰ ਉੱਡ ਕੇ ਆਇਆ ਕਬੂਤਰ ਹਮੇਸ਼ਾ ਉਹਨੇ ਹਰੀ ਨੀਲੀ ਪੀਲੀ ਵਿੱਠ ਮਾਰਨੀ ਹੁੰਦੀ ਹੈ। ਮਾਰਨੀ ਹੁੰਦੀ, ਕਾਲੀ ਵਿੱਠ ਵੀ ਮਾਰਦੇ। ਸ਼ਾਗਿਰਦ ਘਬਰਾ ਜਾਂਦੇ ਨੇ, ਉਸਤਾਦ ਜੀ ਇਹ ਹਰੀਆਂ ਵਿੱਠਾਂ ਮਾਰਦਾ ਪਿਆ, ਪਤਲੀਆਂ ਉਹ ਅੱਲਾ ਦੇ ਬੰਦੇ, ਉਹ 6-7 ਘੰਟੇ ਫਜ਼ਾ 'ਚ ਰਿਹਾ। ਉਹਦੀ ਅੰਦਰਲੀ ਗੈਜ਼ਟ ਪੋਰਟ ਦੇ ਅੰਦਰ ਦਾਣਾ ਸੀ, ਉਹਨੇ ਉਹ ਵੀ ਹਜ਼ਾ ਕਰਨਾ। ਉਹਨੇ ਗੈਸਾਂ ਉਹਦੇ ਅੰਦਰੋਂ ਲੰਘੀਆਂ, ਘੱਟਾ ਮਿੱਟੀ ਲੰਘੀਆਂ, ਉਹਨੇ ਉਹ ਗੰਦ ਕੱਢਣਾ ਤੇ ਹੈ ਵੇ। ਅਸਲ ਵਿੱਠ ਵੇਖਣ ਦਾ ਟਾਈਮ ਹੁੰਦਾ ਹੈ ਸ਼ਾਮ ਨੂੰ ਖੁੱਡੇ ਦੇ ਅੰਦਰ, ਜਦੋਂ ਪਾਣੀ ਸ਼ਾਨੀ ਚਲਾ ਜਾਂਦਾ ਸੀ। ਜਦੋਂ ਪਾਣੀ ਸ਼ਾਨੀ ਤੁਸੀਂ ਖੁਰਾਕ ਸ਼ਰਾਬ ਪੂਰੀ ਕਰਤੀ, ਰਾਤੀ ਜਾਓ ਜਿੱਥੇ ਉਹ ਬੈਠਾ ਹੈ, ਉਹ ਫੇਰ ਵਿੱਠ ਵੇਖੋ। ਵਿੱਠ ਕਿਹੜੀ ਮਾਰਦਾ ਪਿਆ। ਸਹੀ ਗੱਲ। ਜੇ ਫੇਰ ਉਹਦੇ ਵਿੱਚ ਕੋਈ ਵਾਧਾ ਘਟਾ ਤੇ ਉਹਦੇ ਨਾਲ ਕਰੋ। ਜੇ ਉਹ ਫੇਰ ਠੰਡਾ ਗਰਮ ਕਰਨਾ ਬੰਦ। ਠੰਡਾ ਗਰਮ ਇੰਨਾ ਕਰਨ ਦੀ ਲੋੜ ਵੀ ਨਹੀਂ ਹੁੰਦੀ। ਹਾਂ, ਇੱਕ ਫਾਰਮੂਲਾ ਹੈਗਾ। 1 ਮਿੰਟ ਸਾਜੀ, ਇਸ ਫਾਰਮੂਲੇ ਵੱਲ ਆਵਾਂਗੇ ਅਸੀਂ ਜ਼ਰੂਰ। ਫਿਰਤਾਂ ਦਾ ਟੌਪਿਕ ਚੱਲ ਰਿਹਾ। ਹਾਂਜੀ, 10 ਦਿਨ ਲਗਾਤਾਰ ਫਿਰਤਾਂ ਮਾਰਤੀਆਂ, ਡੱਕ ਤੇ ਕਦੋਂ ਲਿਆਣਾ? 10 ਦਿਨਾਂ ਬਾਅਦ ਵੀ ਜਿਹੜਾ ਕਬੂਤਰ 12 ਟੱਪਦਾ ਹੈ, ਮੈਂ 5 ਘੰਟੇ ਟੱਪਦਾ ਹੈ, 10 ਟੱਪ ਜਾਂਦਾ ਹੈ 10 ਵਜੇ। ਪਹਿਲੀਆਂ ਫਿਰਤਾਂ ਹੁੰਦੀਆਂ ਹੀ 10-11 ਵਜੇ ਨੇ, ਹੁੰਦੀਆਂ ਹੀ ਨਹੀਂ, ਸੁਬਾਹ ਦੀਆਂ ਹੁੰਦੀਆਂ ਹੀ ਨਹੀਂ। 5 ਘੰਟੇ ਫਿਰ ਵੀ ਟੱਪਦਾ ਹੈ ਨਾ, ਉਹਨੂੰ ਫਿਰ ਇੱਕ ਡੱਕ ਤੇ ਲਿਆਓ ਤੇ ਥੋੜਾ ਥੋੜਾ ਪਛਾਣ ਲੈ ਆਓ। ਤੇ ਜਿਹੜੇ ਦੂਜੇ 5 ਘੰਟੇ ਨਹੀਂ ਟੱਪਦੇ, ਉਹਨਾਂ ਨੂੰ ਮਾਫੀ ਨਾ ਦਿਓ। ਰੋਜ਼ ਕੁੱਟੋ ਉਹਨਾਂ ਰੋਜ਼ ਜਿੰਨੀ ਉਹਨਾਂ 'ਚ ਜਿਹੜਾ ਤੁਹਾਡਾ ਕੈਟਾਗਰੀ ਵਾਲਾ ਕਬੂਤਰ ਹੋਏਗਾ, ਉਹ ਆਪੇ ਹੀ ਸਾਹਮਣੇ ਆਏਗਾ। ਉਹਨੇ ਆਉਣਾ ਹੀ ਆਉਣਾ ਸਾਹਮਣੇ। ਜਿਹੜਾ ਕੋਈ ਉਹੋ ਜਿਹਾ ਨਿਕੰਮਾ ਕਬੂਤਰ ਹੈ, ਉਹਨਾਂ ਦਾ ਟਾਈਮ ਨਾਲ ਹੀ ਫਰਕ ਹੋ ਜਾਣਾ। ਉਹਦੇ ਵਿੱਚ ਹੀ ਕਬੂਤਰਾਂ ਦੇ ਤੁਹਾਨੂੰ ਹਾਜ਼ਮਿਆਂ ਦਾ ਪਤਾ ਚੱਲ ਜਾਏਗਾ, ਕਿਹੜਾ ਕਬੂਤਰ ਹੈ ਜਿਹੜਾ ਸਵੇਰ ਤੱਕ ਦਾਣਾ ਰੱਖਦਾ, ਕਿਹੜਾ ਨਹੀਂ ਰੱਖਦਾ। ਚੰਗੇ ਕਬੂਤਰ ਉਹ ਹੀ ਨੇ ਜਿਹੜਾ ਸਵੇਰ ਨੂੰ ਖਾਲੀ ਹੋਏ ਹੁੰਦੇ ਨੇ। ਤੁਸੀਂ 2 ਵਜੇ ਦਾਣਾ ਪਾਇਆ, ਫਿਰਤਾਂ ਦੇ ਵਿੱਚ ਤਾਂ ਸਿਰਫ ਬਾਜਰਾ ਹੀ ਪਾਉਣਾ ਹੈ ਨਾ। 2 ਫਿਰ ਤਾਂ ਸਿਰਫ ਬਾਜਰਾ ਬਾਜਰਾ, ਹੋਰ ਕੋਈ ਚਨੇ ਛੱਡਦੇ ਨੇ, ਹਰ ਸ਼ੈ ਬੰਦ। ਫਿਰ ਉਹਨਾਂ ਨੂੰ ਪੂਰਾ ਡੰਡਾ ਤੇ ਬਾਜਰਾ। ਲਓ ਜੀ, ਜਦੋਂ ਕਬੂਤਰ ਆਪਣਾ ਵੇਖਿਆ ਸਵੇਰ ਦੀ 5 ਵਜੇ ਦੀ ਫਿਰਤਾਂ ਤੇ ਆ ਗਿਆ, ਔਰ ਕਬੂਤਰ ਆਪਣਾ 5 ਘੰਟੇ 6 ਘੰਟੇ ਤੋਂ ਉੱਤੇ ਦੇਣ ਲੱਗ ਪਏ ਨੇ, ਔਰ ਸਵੇਰ ਤੱਕ ਆਪਣਾ ਹਾਜ਼ਮਾ ਠੀਕ ਕਰ ਦੇਵੇ, ਉਹ ਹੀ ਕਬੂਤਰ ਤੁਹਾਡੇ ਅੱਗੋਂ ਕੰਮ ਆਉਣਗੇ। ਇਹਦੇ 'ਚ ਛਲਿੰਗ ਵੀ ਹੋ ਜਾਂਦੇ ਨੇ, ਪੂਰੇ ਹੋ ਜਾਂਦੇ, ਜਿਸਮ ਆਪਣਾ ਘਟਾ, ਚਿੱਟੀਆਂ ਵੀ ਵਾਣ ਲੱਗ ਪੈਂਦੇ ਨੇ। ਚਿੱਟੀਆਂ ਤੋਂ ਬਾਅਦ ਚਿੱਟੀਆਂ ਚਰਬੀ ਹੁੰਦੀ ਜਿਹੜੀ ਪਾਣੀ ਵਾਲੀ ਵਿੱਠ ਹੁੰਦੀ ਹੈ ਨਾ, ਜਦੋਂ ਉਹ ਆਈ ਸਮਝੋ ਕਬੂਤਰ ਖਾਲੀ ਹੋ ਗਿਆ। ਚਿੱਟੀਆਂ ਤੋਂ ਬਾਅਦ ਹੀ ਵਾਹ ਕੇ ਜਦੋਂ ਪਾਣੀ ਵਾਲੀ ਵੇਟ ਸ਼ੁਰੂ ਹੋਈ ਹੈ, ਫਿਰ ਉਹਦੀ ਭਰਾਈ ਕਰਨੀ, ਫਿਰ ਉਹਦੀ ਭਰਾਈ ਕਰਨੀ। ਔਰ ਜਿਹੜਾ ਤੁਸੀਂ ਫਾਰਮੂਲਾ ਦੱਸ ਰਹੇ ਸੀ, ਫਾਰਮੂਲਾ ਇਹ ਹੀ ਹੈ, ਪੱਕਾ ਇੱਕ ਟਾਈਮ ਰੱਖੋ ਦਾਣੇ ਦਾ। ਜਦੋਂ ਤੁਹਾਡੇ ਕਬੂਤਰ ਸਵੇਰ ਹੀ ਫਿਰਤਾ ਚਾਹੇ ਤੁਹਾਡਾ 2 ਵਜੇ ਤੇ 2 ਵਜੇ ਤੋਂ 1 ਮਿੰਟ ਉੱਤੇ ਨਹੀਂ ਹੋਣਾ ਚਾਹੀਦਾ ਦਾਣਾ ਪਾਉਣ ਦਾ। ਘੰਟਾ ਪਹਿਲਾਂ ਪਾਣੀ ਚੁੱਕ ਲਵੋ, ਘੰਟਾ ਬਾਅਦ ਪਾਣੀ ਰੱਖੋ। ਜੇ ਤੁਸੀਂ ਅੱਧਾ ਘੰਟਾ ਪਹਿਲਾਂ ਵੀ ਪਾਣੀ ਅੱਗੇ ਰੱਖ ਦਿੱਤਾ ਨਾ,
ਤੇ ਤੁਹਾਡੇ ਕਬੂਤਰਾਂ ਦੇ ਮਿਹਦੇ ਜਿਹੜੇ ਨੇ ਉਹ ਮਜ਼ਬੂਤ ਨਹੀਂ ਹੋਣਗੇ। ਇਹ ਬੜਾ ਵੱਡਾ ਫਾਰਮੂਲਾ ਜੇ। ਹਾਂ ਬੜੀ ਵੱਡੀ ਟਿਪ ਉਹਨਾਂ ਹੈ। ਦੀ ਪੋਟਾ, ਉਹਨਾਂ ਦੀ ਇਮਿਊਨ ਸਿਸਟਮ ਵੱਧ ਜਾਏਗਾ, ਉਹਨਾਂ ਦੀ ਕਬੂਤਰ ਮਦਾਫਤ ਵੱਧ ਜਾਏਗੀ, ਹਾਜ਼ਮਾ ਉਹਨਾਂ ਦਾ। ਕੱਲ ਨੂੰ ਖੁਦਾ ਨਾ ਖਾਸਤਾ ਕਿਸੇ ਕਬੂਤਰ ਦੇ ਦਾਣਾ ਰਹਿ ਵੀ ਜਾਂਦਾ ਪ੍ਰਵਾਸ ਦੇ ਦੌਰਾਨ ਤੇ ਉਹ ਚੱਲ ਜਾਏਗਾ, ਕਿਉਂਕਿ ਉਹਨੂੰ ਆਦਤ ਪਈ ਇਹ ਪਿਆਸਾ ਰਹਿਣ ਦੀ ਘੰਟਾ ਡੇਢ ਦਾਣੇ ਤੋਂ ਬਾਅਦ ਰੱਜ ਕੇ। ਹਾਂ ਠੀਕ ਹੈ, ਇਹ ਸਾਰੀ ਫਨਕਾਰੀਆਂ ਹੁੰਦੀਆਂ ਨੇ, ਇਹ ਜੋ ਬਰੀਕੀਆਂ ਨੇ। ਹਾਂ ਅਗਰ ਤੁਸੀਂ ਇਹ ਕਰ ਲੋਗੇ ਤੇ ਜਿਹੜਾ ਕਬੂਤਰ ਸੁਬਹ ਨੂੰ ਹਜ਼ਮ ਹੋ ਗਿਆ ਉਹ ਤੁਹਾਡਾ ਕਹਿਣਾ ਮੰਗੇ, ਉਹਨੂੰ ਤੁਸੀਂ ਭਾਵੇਂ ਚਵਾਨੀ ਦਾ ਵੀ ਨੁਸਖਾ ਲਾਓਗੇ ਤੇ ਕਬੂਤਰ ਉੱਡ ਕੇ ਜ਼ਰੂਰ ਵਿਖਾਏਗਾ, ਇੰਜ ਨਹੀਂ ਹੋਏਗਾ ਕਿ ਨਾ ਉੱਡੇ। 80 ਲਾਤੇ ਖਰਾਕੇ ਚਾੜਤੇ, ਕਮ ਸੇ ਕਮ ਕਿੰਨੀਆਂ ਫਿਰਤਾਂ ਆਣੀਆਂ ਚਾਹੀਦੀਆਂ? 18 ਹੈਂ 18 ਫਿਰਤਾਂ ਘੱਟ ਤੋਂ ਘੱਟ ਹੋਣੀਆਂ ਚਾਹੀਦੀਆਂ ਡੱਕ ਦੀਆਂ। 5 ਵਜੇ ਦੀਆਂ, ਸਵੇਰ 5 ਵਜੇ ਦੀਆਂ 18 ਫਿਰਤਾਂ ਹੋਣ। ਲੋ ਜ਼ਿਆਦਾ ਦੋਸਤ ਕੱਢਦੇ ਨੇ ਵਿਸਾਖ ਦੇ ਵਿੱਚ, ਵਿਸਾਖ ਦੇ ਐਂਡ 'ਚ ਜੇਠ ਵਾਲੇ ਕਬੂਤਰ ਚੇਤਰ 'ਚ ਐਂਡ 'ਚ ਕੱਢਦੇ ਨੇ ਚਾਹੀਦੇ ਨੇ ਕਬੂਤਰ। ਲੇਟ ਵੀ ਨਹੀਂ ਕਰਨੇ ਚਾਹੀਦੇ ਕਬੂਤਰ, ਜਿੰਨਾ ਜਲਦੀ ਕੱਢੋਗੇ ਉਨਾ ਹੀ ਫਾਇਦਾ ਹੈ, ਉਨੀ ਜ਼ਿਆਦਾ ਮਜ਼ਬੂਤੀ ਬਣੇਗੀ, ਉਨਾ ਹੀ ਤਿਆਰ ਪਾਕਟ ਹੋਏਗਾ। ਹਾਂ ਕਬੂਤਰ ਤਿਆਰ ਹੁੰਦਾ ਚੰਗਾ ਹੁੰਦਾ, ਫਿਰ ਉਨੀ ਤੁਹਾਨੂੰ ਖੁਰਾਕ ਦੇਣ ਦਾ ਟਾਈਮ ਮਿਲ ਜਾਂਦਾ। ਅੱਛਾ, ਸਭ ਤੋਂ ਪਹਿਲੇ ਬੇਰੀਨ 'ਚ ਹਨੇਰੇ ਵੀ ਤੁਸੀਂ ਕਰਾਏ ਨੇ? ਪਹਿਲਾ ਕਬੂਤਰ ਮੈਨੂੰ ਅੱਜ ਵੀ ਯਾਦ ਹੈ, ਲਾਕੂ ਹੀ ਬੈਠਾ ਸੀ 6 ਤੋਂ 6 ਅੱਸੂ 'ਚ। ਉਸ ਟਾਈਮ ਉਸ ਤੋਂ ਪਹਿਲਾਂ ਕਬੂਤਰ ਕੋਈ ਹਨੇਰੇ 'ਚ ਬੈਠਾ ਹੀ ਨਹੀਂ ਸੀ, ਅੱਜ ਵੀ ਮੈਨੂੰ ਯਾਦ ਹੈ। ਗੁੱਛੀ ਮਾਰ ਕੇ ਬੈਠਾ ਕਬੂਤਰ। ਉਸ ਤੋਂ ਬਾਅਦ ਫਿਰ ਚੱਲ ਹੀ ਰਿਹਾ। ਉਸ ਤੋਂ ਬਾਅਦ ਚੱਲ ਬੜੇ ਕਬੂਤਰ ਡਾਏ ਨੇ ਯਾਰ, ਬੜੇ ਕਬੂਤਰ ਡਾਏ, ਬੜੇ ਵਾਕਿਆ ਹੋਏ ਮਜ਼ੇਦਾਰ। 2017-18 ਦੀ ਗੱਲ ਹੈ, ਬਿਲਾਲ ਸਲੀਮ ਭਾਈ ਨੇ ਸ਼ਾਰਜਾ ਦੁਬਈ, ਇਹਨਾਂ ਮੇਰੀ ਗੱਪਸ਼ਪ ਵਾਵਾ ਗਰੁੱਪ ਸਾਡਾ ਸਕਾਈ ਫਾਈਟਰ ਦੇ ਨਾਂ ਤੋਂ ਚੱਲਦਾ ਹੈ ਤੇ ਅਸੀਂ ਸਾਰੇ ਭਰਾ ਬਣੇ ਆ। ਇਹਨਾਂ ਨੇ ਕਿਹਾ ਆਸਮ ਮੇਰਾ ਬੜੇ ਤਾਲੁਕਾਤ ਨੇ ਪਾਕਿਸਤਾਨ, ਉਹ ਬੜੇ ਠੀਕ ਠਾਕ ਪੈਸੇ ਵਾਲੇ ਬੰਦੇ ਨੇ, ਤਾਲੁਕਾਤ ਵੀ ਉਹਨਾਂ ਦੇ ਠੀਕ ਠਾਕ ਸਨ। ਕਹਿੰਦੇ ਮੈਂ ਸਾਰੇ ਉਸਤਾਦਾਂ ਨੂੰ ਕਹਿ ਬੈਠਾ ਮੇਰੇ ਕਬੂਤਰ ਹੋ ਗਏ ਨੇ ਖਰਾਬ, ਤੇ ਉਸਤਾਦ ਹੱਥ ਖੜੇ ਕਰ ਦਿੱਤੇ ਨੇ, ਇਹ ਸਾਡੇ ਸੀਕਰੇਟ ਨੇ, ਅਸੀਂ ਨਹੀਂ ਦੱਸ ਸਕਦੇ ਤੇ ਐ ਤੇ ਉਹ, ਤੇ ਤੂੰ ਕੋਈ ਹੈਲਪ ਕਰ ਸਕਣਾ? ਮੈਂ ਕਿਹਾ ਮੈਂ ਕਰਨਾ ਵਾ ਹੈਲਪ, ਕਿਉਂ? ਮੈਨੂੰ ਕਬੂਤਰ ਵਿਖਾਓ। ਕਬੂਤਰ ਵੇਖੇ ਬੜੇ ਚੰਗੇ ਕਬੂਤਰ, ਬੜੇ ਪਸੰਦ ਆਏ, ਲੇਕਿਨ ਕੀ ਸੀ ਥੋੜੇ ਖਰਾਬ ਹੋਏ ਸਨ। ਖੈਰ ਮੈਂ ਕਬੂਤਰਾਂ ਨੂੰ ਜੋ ਕਰਨਾ ਲੈਣਾ ਸੀ ਉਹ ਪਾਣੀ ਸ਼ਾਨੀ ਦੋ ਦਵਾਈ ਦੇ ਕਬੂਤਰ ਠੀਕ ਹੋ ਗਿਆ, ਕਬੂਤਰ 11-12 ਤੇ ਚਲੇ ਗਏ। ਪੱਕੀ ਫਿਰਤ ਉੱਥੇ ਜੁਮੇ ਤੋਂ ਸਟਾਰਟ ਹੁੰਦਾ ਹੈ ਕੱਪ, ਜਿਹੜਾ ਉਸਤਾਦੀ ਕੱਪ ਜੇਠ ਦਾ ਹੈ, ਉਹ ਫਿਕਸ ਕਬੂਤਰਾਂ ਦਾ ਹੁੰਦਾ ਹੈ 5 ਦਿਨ ਦਾ, ਤੇ ਸਟਾਰਟ ਹੋਣਾ ਸੀ ਜੁਮੇ ਨੂੰ। ਤੇ ਮੈਨੂੰ ਮੰਗਲ ਵਾਲੇ ਦਿਨ ਕਹਿੰਦੇ ਨੇ ਆਸਮ ਸਾਡੇ ਕੋਲ ਟੋਟਲ 19 ਕਬੂਤਰ ਨੇ, ਤੇ ਜਿਹੜੇ ਨੇ ਨਾ ਬਾਕੀ ਪਾਰਟੀਆਂ ਅਰਬੀ, ਇਹਨਾਂ ਕੋਲ ਬੜੇ ਕਬੂਤਰ ਨੇ, 500-500 ਕਬੂਤਰ ਹੈ ਤੇ ਤਿਆਰੀ 'ਚ ਵੀ ਨੇ। ਤੇ ਮੇਰਾ ਦਿਲ ਨਾ ਉਡਾਈਏ, ਮੈਨੂੰ ਥੋੜਾ ਜਿਹਾ ਗਰਮੀ ਹੋ ਗਈ। ਮੈਂ ਕਿਹਾ ਬਿਲਾਲ ਭਾਈ ਮੇਰੇ ਕੋਲ ਕਬੂਤਰ ਹੀ ਠੀਕ ਕਰਵਾਉਣੇ ਸੀ, ਜੇ ਤੁਸੀਂ ਇੰਝ ਕਰੋ ਮੈਂ ਤੁਹਾਨੂੰ ਨੁਸਖਾ ਦੇਣਾ ਵਾ, ਤੁਸੀਂ ਲਾਓ। ਉਹ ਮੇਰੇ ਸ਼ਾਗਿਰਦ ਨਹੀਂ ਨੇ, ਉਹ ਕਿਸੇ ਦੇ ਵੀ ਨਹੀਂ ਸ਼ਾਗਿਰਦ। ਉਹਦੇ 'ਚ ਜਦੋਂ ਉਹਨਾਂ ਨੇ ਤੁਹਾਨੂੰ ਕਬੂਤਰ ਵਹਾਏ, ਹਾਂ ਕੀ ਚੀਜ਼ਾਂ ਨੋਟ ਕੀਤੀਆਂ ਸੀ? ਨਸਲੀ ਕਬੂਤਰ ਸਨ, ਬਿੱਠਾਂ ਦੰਦੀਆਂ ਮਾਰਦੇ ਪਰ ਹਾਜ਼ਮੇ ਖਰਾਬ ਸਨ। ਹਾਂ ਹਾਜ਼ਮੇ ਖਰਾਬ ਸਨ, ਬਸ ਖੁਰਾਕ ਤੇ ਦਾਣਾ ਜਿਵੇਂ ਮਿਕਸ ਕੀਤਾ ਹੁੰਦਾ ਉਹਦੇ 'ਚ ਗਲਤੀ ਕਰ ਗਿਆ ਸਨ। ਖੈਰ ਉਹ ਹੀ ਠੀਕ ਕਰਨਾ ਸੀ। ਗਰਮੀ ਵੀ ਬੜੀ ਸੀ, 51-52 ਫੀਲ ਲਾਈਕ 57 ਵੀ ਗਈ ਹੈ ਬਾਜ਼ੀਆਂ ਉਹਨਾਂ ਕੱਪ ਦੇ 57 ਫੀਲ ਲਾਈਕ, ਉਂਝ 48-49 ਟੈਂਪਰੇਚਰ ਸੀ ਤੇ ਕਬੂਤਰ ਉੱਥੇ ਕੀ ਕਰਨ। ਲਓ ਜੀ ਮੈਂ ਨੁਸਖਾ ਲਵਾਇਆ, 19 ਦੇ 19 ਕੀ ਤਲਖ ਹੋਏ ਕਬੂਤਰ ਸਰ? ਉਹ ਯਾਰ ਹਾਜ਼ਮਾ ਖਰਾਬ ਹੋ ਜਾਂਦਾ ਹੈ, ਇਹ ਤਲਖ ਨਹੀਂ ਤੁਸੀਂ ਕਹਿ ਸਕਦੇ। ਮਸਲਨ ਜਲਦਬਾਜ਼ੀ 'ਚ ਖੁਰਾਕ ਵੀ ਦੇ ਦਿਓ ਨਾ, ਫਿਰ ਵੀ ਕਬੂਤਰ ਥੋੜਾ ਜਿਹਾ ਨਾ ਆਪਣਾ ਹਾਜ਼ਮਾ ਖਰਾਬ ਕਰ ਜਾਂਦਾ, ਹਾਜ਼ਮਾ ਵੀ ਖਰਾਬ ਕਰ ਜਾਂਦਾ ਤੇ ਥੋੜਾ ਭੈੜਾ ਪੈ ਜਾਂਦਾ। ਬਹੁਤ ਚਲੋ ਲਓ ਜੀ ਮੱਥਿਆਂ ਤੋਂ ਵਾਲ ਚੁੱਕੇ ਜਿਵੇਂ ਥਕਾਵਟ 'ਚ ਆ ਜਾਂਦੇ ਕਬੂਤਰ। ਮੈਂ ਨੁਸਖਾ ਲਵਾਇਆ 19 ਦੇ 19 ਕਬੂਤਰਾਂ ਨੂੰ। ਨੁਸਖਾ ਵੀ ਸ਼ੇਅਰ ਕਰੋ। ਔਰ ਨੁਸਖਾ ਹੁਣ ਉਹ ਵਾਲਾ ਚਲੀ ਬਿਲਾਲ ਭਾਈ। ਅੱਛਾ ਮੈਂ ਹੋਰ ਬੜੇ ਨੁਸਖੇ ਨੇ ਕਰ ਦਾਂਗਾ ਚੰਗੇ ਤੋਂ ਚੰਗੇ। ਉਹ ਨੁਸਖਾ ਲਵਾਇਆ 19 ਕਬੂਤਰਾਂ ਨੂੰ। ਪਹਿਲਾ ਕਬੂਤਰ ਹੀ ਬੈਠਾ 11 ਵਜੇ, ਬਾਕੀ 12 ਟੱਪ ਕੇ ਬਹਿਣੇ ਸ਼ੁਰੂ ਹੋਏ। 10 ਕਬੂਤਰ 4 ਤੋਂ ਲੈ ਕੇ ਪੌਣੇ 7 ਵਜੇ ਤੱਕ ਬੈਠੇ। 54 ਵਜੇ ਮੈਂ ਬਿਲਾਲ ਭਾਈ ਨੂੰ ਫੋਨ ਮਾਰਿਆ, ਕਹਿੰਦੇ ਮੈਂ ਤੇ ਐਂਟਰੀ ਦੇਣ ਚਲਾ ਗਿਆ। ਮੈਂ ਕਿਹਾ ਅੱਛਾ ਅੱਜ ਜ਼ੋਰ ਲਵਾ ਲਿਆ, ਪਰਸੋਂ ਕੱਪ ਤੇ ਹੁਣ ਐਂਟਰੀ ਦੇ। ਖੈਰ ਮੁਖਤਸਰ ਗੱਲ ਇਹ ਕਿ ਉਸ ਕੱਪ ਵਿੱਚ ਅਸੀਂ ਨਾ ਦੂਜਾ ਨੰਬਰ ਆ ਗਿਆ। ਉਸਤਾਦੀ ਕੱਪ ਉਹ ਸਿਰਫ ਉਸਤਾਦ ਉੱਡਦੇ ਨੇ। ਦੂਜਾ ਨੰਬਰ ਆ ਗਿਆ ਤੇ ਕਬੂਤਰ ਵੀ ਬੜੇ ਚੰਗੇ ਉੱਡੇ ਤੇ ਬੜਾ ਖੁਸ਼। ਉਸ ਦਿਨ ਤੋਂ ਅੱਜ ਮੇਰੀ ਉਹਨਾਂ ਦੇ ਨਾਲ ਬੜਾ ਭਰਾਵਾਂ ਵਾਲਾ ਤਾਲੁਕ ਹੈ। ਫਿਰ ਅੱਸੂ 'ਚ ਵੀ ਉੱਡੇ ਕਬੂਤਰ, ਹੁਣ ਉਹ ਆਪ ਉਡਾ ਲੈਂਦੇ ਨੇ। ਤੁਸੀਂ ਸਾਰਾ ਕੁਝ ਸਿਖਾ ਦਿੱਤਾ। ਉਹ ਆਪ ਕਹਿੰਦੇ ਨੇ ਧੱਕਾ ਲਾਉਣ ਵਾਲਾ ਬੰਦਾ ਹੀ ਤੂੰ ਹੈ। ਸਾਡੀ ਕਬੂਤਰਬਾਜ਼ੀ ਜੇ ਧੱਕਾ ਲਾਇਆ ਤਾਂ ਤੂੰ ਲਾਇਆ। ਉਹਨਾਂ ਨੇ ਇੰਟਰਵਿਊ ਕੀਤਾ। ਹਾਂ ਨੁਸਖੇ ਉਹਨਾਂ। ਅੱਛਾ ਯਾਰ ਮੈਂ ਮੁਖਾਲਫਾ ਦੇ ਕਬੂਤਰ ਵੀ ਉਡਾਏ ਨੇ। 2 ਉਸਤਾਦਾਂ ਨੇ ਮੈਂ ਕਬੂਤਰ ਉਡਾਏ, ਮੇਰੀ ਮੁਖਾਲਫ ਪਾਰਟੀ ਦੇ।
ਹਲਫ ਲਿਆ ਉਹਨਾਂ ਕੋ, ਹਲਫ ਲਿਆ। ਇਹਦੀ ਉਹ ਗੱਲ ਨਹੀਂ ਕਹਿੰਦੇ, ਕਰੋਗੇ? ਨਹੀਂ, ਉਹਨਾਂ ਨੇ ਕਿਹਾ ਜੇ ਅਸੀਂ ਉੱਡ ਗਏ, ਸਾਡੇ ਕਬੂਤਰ ਚੰਗੇ, ਅਸੀਂ ਜਿੱਤ ਗਏ ਤੇ ਫਿਰ ਮੈਂ ਤੁਹਾਡਾ ਸ਼ਾਗਿਰਦ ਹੋਵਾਂਗੇ, ਨਹੀਂ ਤੇ ਨਹੀਂ ਹੋਵਾਂਗੇ। ਮੈਂ ਕਿਹਾ ਮੈਨੂੰ ਮਨਜ਼ੂਰ ਹੈ। ਬੜੀ ਵੱਡੀ ਪਾਰਟੀ ਪਾਕਿਸਤਾਨ ਦੀ ਇਸ ਟਾਈਮ ਸਭ ਤੋਂ ਵੱਡੀ ਪਾਰਟੀ ਹੈ ਆਪਣਾ। ਮੈਂ ਕਿਹਾ ਠੀਕ ਹੈ, ਉਡਾਉਣਾ ਕਬੂਤਰ। ਮੈਂ ਕਬੂਤਰ ਉਡਾਏ। ਉਹ ਹੁਣ ਇਸ ਟਾਈਮ 10ਵੀਂ ਦਾ ਯਾਸੀਨ ਖਾਨ 22 ਨੰਬਰ ਇਸਲਾਮਾਬਾਦ, ਕਬੂਤਰ ਉਡਾਏ 82 ਘੰਟੇ ਬਣਾਏ। ਉਹ ਵਾਹ ਵਾਹ। ਫਿਰ ਇੱਕ ਲਾਲ ਕੁਰਤੀ ਕਬੂਤਰ ਉਡਾਏ, ਉਹਨਾਂ ਨੇ ਸ਼ਾਗਿਰਦ ਉੱਡੇ। ਉਹ ਬੰਦਾ ਆਪਣੇ ਇਮਾਨ ਤੇ 82 ਘੰਟੇ ਬਣਾਏ। ਉਹ ਵਾਹ ਵਾਹ। ਫਿਰ ਇੱਕ ਲਾਲ ਕੁਰਤੀ ਕਬੂਤਰ ਉਡਾਏ, ਉਹਨਾਂ ਨੇ ਸ਼ਾਗਿਰਦ ਉੱਡੇ। ਉਹ ਬੰਦਾ ਆਪਣੇ ਇਮਾਨ ਤੇ ਬੜਾ ਹੀ ਮਜ਼ਬੂਤ ਬੰਦਾ, ਦਲੇਰ ਬੰਦਾ। ਉਸੇ ਟਾਈਮ ਉਹਨੇ ਆ ਗਿਆ, ਉਹਨੇ ਆਪਣੇ ਹਲਫ ਦੀ ਪਾਸਦਾਰੀ ਕੀਤੀ। ਦੂਜਾ ਬੰਦਾ ਜਿਹੜਾ ਸੀ ਉਹਨੇ ਵੀ ਕਬੂਤਰ ਉਡਵਾਏ। ਦਾਣਾ ਪਾਣੀ ਮੇਰਾ ਵਰਤਿਆ, ਪੰਜਾਬ ਚੈਂਪੀਅਨ ਹੋ ਗਿਆ ਆਪਣੇ ਸ਼ਾਗਿਰਦ ਦੀ ਛੱਤ ਤੋਂ। ਪੋਸਟ ਵੀ ਲਾ ਦਿੱਤੀ। ਫਿਰ ਪੋਸਟ ਬਾਅਦ 'ਚ ਉਹ ਆਪਣੇ ਉਸਤਾਦ ਕਹਿੰਦੇ ਡਿਲੀਟ ਕਰਤੀ। ਮੈਂ ਉਹਦੇ ਕੋਲ ਪੈਸੇ ਲੈਣੇ ਨੇ, ਮੇਰੇ ਪੈਸੇ ਮਰ ਜਾਣੇ। ਮੈਂ ਕਿਹਾ ਜਾ ਤੂੰ ਕਦੀ ਕਾਮਯਾਬ ਨਹੀਂ ਹੋਏਗਾ, ਤੂੰ ਆਪਣੇ ਹਲਫ ਤੋੜ ਦਿੱਤਾ। ਉਹ ਦਿਨ ਤੇ ਅੱਜ ਦਾ ਦਿਨ ਉਹਦੇ ਕੋਲ ਉਹ ਕਬੂਤਰਬਾਈ ਵੀ ਨਹੀਂ ਹੋਈ। ਫਿਰ ਮੰਜੇ ਤੇ ਪੈ ਗਿਆ ਅੱਲਾ ਵੱਲੋਂ ਹੀ। ਤੇ ਬਾਕੀ ਅੱਲਾ ਮਾਫ ਕਰੇ, ਜੋ ਹੋਣਾ ਸੀ ਹੋ ਗਿਆ। ਉਹਨੇ ਬੰਦੇ ਨੇ ਗਲਤੀ ਕੀਤੀ ਤੇ ਮੀਡੀਆ ਸਾਹਮਣੇ ਮੈਂ ਉਹਨੂੰ ਮਾਫ ਕਰਨਾ ਵਾ। ਅੱਲਾ ਵੀ ਉਹਨੂੰ ਮਾਫ ਕਰੇ, ਉਹਦੀ ਗਲਤੀ ਕੁਤਾਈ। ਲੇਕਿਨ ਜਦੋਂ ਹਲਫ ਚੁੱਕੋ ਤੇ ਉਹਦੇ ਤੇ ਫਿਰ ਪੂਰਾ ਉਤਰੋ। ਜੇ ਤੁਸੀਂ ਨਹੀਂ ਉਤਰ ਸਕਦੇ, ਤੁਸੀਂ 8-10 ਲੱਖ ਪਿੱਛੇ ਜਿਹੜਾ ਹੈ ਨਾ, ਮਾਨ ਆਪਣਾ ਖਰਾਬ ਨਾ ਕਰੋ। ਸਹੀ ਗੱਲ, ਠੀਕ ਹੈ। ਅੱਛਾ ਉਸਤਾਦ ਜੀ, ਕਬੂਤਰਬਾਜ਼ੀ ਖੁਰਾਕ ਦੀ ਬੜੀ ਗੇਮ ਹੈ, ਡਰਾਈਵਰ ਦੀ ਬੜੀ ਗੇਮ ਹੈ। ਆਹੋ, ਅਸੀਂ ਉਸ ਪੁਆਇੰਟ ਤੇ ਕਿਵੇਂ ਪਹੁੰਚਾਂਗੇ? ਆਇਆ ਇਸ ਕਬੂਤਰ ਨੂੰ ਖੁਰਾਕ ਜਿਹੜੀ ਹੈ ਉਹ ਮੋਤਦਿਲ ਦੇਣੀ ਹੈ, ਠੰਡੀ ਦੇਣੀ ਹੈ, ਤਲਖ ਗਰਮ ਦੇਣੀ ਹੈ, ਕੀ ਟੈਕਨੀਕੈਲਿਟੀ ਹੈ ਇਸ ਚੀਜ਼ 'ਚ? ਵੀਰ ਜਿਹੜੇ ਤਰੀਕੇ ਨਾਲ ਤੇ ਮੈਂ ਤੁਹਾਨੂੰ ਦੱਸਿਆ ਨਾ, ਬਾਜਰੇ ਤੇ ਲਿਆਉਣਾ ਕਬੂਤਰ, ਉੱਥੇ ਖੁਰਾਕ ਪਾਉਣੀ ਸਿਰਫ ਵੱਡੀ ਇਲਾਚੀ ਦੀ। ਤੇ ਮਨੱਕਾ ਨਹੀਂ ਪਾਣਾ? ਨਾ 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 ਨਾ, ਤੂੰ ਗਰਮ ਠੰਡਾ ਤੇ ਕਰਨਾ ਹੀ ਨਹੀਂ ਨਾ ਕਬੂਤਰ ਨੂੰ। ਅੱਛਾ, ਇਸ ਪਾਸੇ ਨਹੀਂ ਜਾਣਾ ਯਾਰ। ਤੁਸੀਂ ਕਬੂਤਰ ਡਾਉਣੇ ਨੇ ਨਾ, ਤੇ ਤੁਸੀਂ ਇਹ ਗਰਮ ਠੰਡੇ ਦਾ ਚੱਕਰ ਛੱਡ ਦਿਓ। ਵੀ ਸਿੰਪਲ ਖੁਰਾਕ ਤੇ ਲੈ ਕੇ ਆਓ ਕਬੂਤਰਾਂ ਨੂੰ, ਹਲਕੀ ਜੀ ਵੱਡੀ ਇਲਾਚੀ ਪਾ ਕੇ ਲਿਆਓ। ਜਿੱਥੇ ਤੁਸੀਂ ਸੱਟ ਮਰਵਾਉਣੀ ਕਬੂਤਰ ਨੂੰ, ਜਦੋਂ ਗਰਮ, ਮੇਨ ਤੇ ਤੁਹਾਡਾ ਬਾਜ਼ੀ ਜਿੱਤਣਾ ਹੈ ਨਾ, ਕੱਪ ਜਿੱਤਣਾ ਹੈ ਨਾ, ਤੇ ਐਨ ਟਾਈਮ ਤੇ ਆ ਕੇ ਸੱਟ ਮਰਵਾਓ। ਜੇ ਬੜਾ ਵੀ ਦਿਲ ਕਰਦਾ ਤੇ ਇੱਕ ਅੱਧਾ ਦਿਨ ਪਹਿਲਾਂ ਚੈੱਕ ਕਰ ਲਵੋ। ਬਾਰ-ਬਾਰ ਉਹਨਾਂ ਨੂੰ ਚੈੱਕ ਕਰਨ ਦੀ ਕੀ ਲੋੜ ਹੈ? ਠੰਡੀਆਂ ਚੀਜ਼ਾਂ ਕਰਨ ਦੀ ਕੀ ਲੋੜ ਹੈ? ਐਨ ਟਾਈਮ ਤੇ ਆ ਕੇ ਤੁਹਾਨੂੰ ਇੰਨਾ ਆਪਣੇ ਦਾਣੇ ਪਾਣੀ ਤੇ ਭਰੋਸਾ ਹੋਣਾ ਚਾਹੀਦਾ ਨਾ। ਇਹ ਨਾ ਹੋਵੇ ਕੋਈ ਦਾਣਾ ਪਾਣੀ ਤੁਸੀਂ YouTube ਤੋਂ ਲਿਆ ਹੋਵੇ ਜਾਂ ਇੱਧਰੋਂ ਲਿਆ ਹੋਵੇ ਤੇ ਉਹ ਤੇ ਨਹੀਂ ਫਿਰ ਉਹ ਮਜ਼ਾ ਕਰੇਗਾ। ਸਾਦੀ ਖੁਰਾਕ ਤੁਸੀਂ ਇੱਕ ਹਿਸਾਬ ਦੀ ਦਿੰਦੇ ਹੋ? ਹਾਂ, ਇਹ ਵੱਡੀ ਇਲਾਚੀ, ਵੱਡੀ ਇਲਾਚੀ ਹੈ। ਹਾਂ, ਇਹਦੇ 'ਚ ਨਾ ਕੋਈ ਐਡਾ ਕੋਈ ਤਲਕ ਕੰਮ ਹੈ, ਨਾ ਠੰਡਾ ਕੰਮ। ਹਾਜ਼ਮਾ ਬਸ ਉਹਦਾ ਚੱਲਦਾ। ਹਾਜ਼ਮਾ ਹੈ ਬਸ। ਹਾਂ, ਇਹ ਸਿੰਪਲ ਖੁਰਾਕ ਦੇਣੀ ਹੈ। ਇਹਦੀ ਟਾਈਮਿੰਗਸ ਕੀ ਰੱਖਣੀਆਂ ਨੇ? ਆਉਂਦੇ ਕਬੂਤਰ ਨੂੰ 4 ਤੋਂ 5 ਗੋਲੀਆਂ ਬਸ। ਜਦੋਂ ਪਾਣੀ ਸ਼ਾਨੀ ਉਹਦਾ ਪੂਰਾ ਕਰ ਜਾਵੇ। ਰੈਸਟ ਵਾਲੇ ਦਿਨ 4-5 ਗੋਲੀਆਂ ਸਵੇਰ ਦੇ ਟਾਈਮ, ਪਹਿਲੇ ਟਾਈਮ ਜਦੋਂ ਕਬੂਤਰ ਖਾਲੀ ਹੋ। ਤੇ ਦੁਪਹਿਰ ਨੂੰ? ਦੁਪਹਿਰ ਨੂੰ ਦਾਣਾ ਉਹਦਾ। ਦੁਪਹਿਰ ਨੂੰ ਤੁਸੀਂ ਫਿਰ ਅੱਸੂ ਵਿਸਾਖ ਦੇ ਵਿੱਚ ਖੁਰਾਕ ਤੇ ਕਬੂਤਰ ਸ਼ਾਮ ਨੂੰ ਵੀ ਪਾ ਦਿਓ, 5 ਵਜੇ ਚੱਲ ਜਾਂਦਾ। ਅਗਲੇ ਦਿਨ ਵੀ ਹੋਵੇ ਸਗੋਂ ਬਹੁਤਾ ਚੰਗਾ ਹੁੰਦਾ। ਜਿੰਨੀ ਰਿਹਾਇਸ਼ ਹੋਏਗੀ ਉਹਨਾਂ ਬਹੁਤਾ ਉੱਡੇਗਾ। ਲੇਕਿਨ ਜੇਠ ਵਿੱਚ ਕਬੂਤਰ ਜਿਹੜਾ ਨਾ ਰਿਹਾਇਸ਼ ਤੁਸੀਂ ਦੇ ਸਕਦੇ ਹੋ, ਇਹ ਨਹੀਂ ਦਿੰਦੇ ਆ। ਮੈਂ ਆਪ ਦਿੰਦਾ ਵਾਂ, ਰਿਹਾਇਸ਼ ਦੇ ਕੇ ਉਡਾਉਂਦਾ ਵਾਂ, ਲੇਕਿਨ ਉਹਦੀ ਇੱਕ ਟਾਈਮਿੰਗ ਰਾਤ ਦੀ ਆਖਰੀ ਪਹਿਰ ਦੇ ਵਿੱਚ ਕਬੂਤਰ ਨੂੰ ਜੇ ਕਿਸੇ ਹੈ ਕੁਛ ਤੇ ਉਸ ਹਿਸਾਬ ਨਾਲ 1 ਦੇਣੀ ਹੈ, 2 ਦੇਣੀ ਹੈ, ਕਿੰਨੀ ਉਸ ਹਿਸਾਬ ਨਾਲ ਕਿੰਨੀ ਤੁਸੀਂ ਆਦਤ ਪਾਈ ਹੈ ਕਬੂਤਰ ਨੂੰ, ਉਸ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ। ਤੇ ਉਹ ਰਿਹਾਇਸ਼ ਵਾਲੀ ਗੋਲੀ ਵੀ ਲੋਕਾਂ ਨੂੰ 90% ਪਤਾ ਕਿ ਬਦਾਮ ਦੀ ਦਿੰਦੇ ਨੇ। ਬਦਾਮ ਦੀ ਗੋਲੀ ਨਹੀਂ ਹੁੰਦੀ, ਉਹ ਮੁਰੱਬਿਆਂ ਦੀਆਂ ਗੋਲੀਆਂ ਹੁੰਦੀਆਂ ਨੇ। ਉਹਨਾਂ ਵਿੱਚ ਵੀ ਕੁਛ ਤੇ ਪੈਂਦੇ ਨੇ ਜਿਹੜਾ ਕਬੂਤਰ ਨੂੰ ਸੂਰਜ ਦੇ ਵਿੱਚ ਖਿਲਾਰਦੀਆਂ ਨੇ। ਅੱਛਾ, ਇਹ ਵੇਖੋ ਵੇਖੀ ਦੁਨੀਆ ਹੁਣ ਚੱਲਦੀ ਪਈ ਏ। ਮਕਈ ਵੀ ਬੜੇ ਲੋਕ ਦਿੰਦੇ ਨੇ, ਮਕਈ, ਚਨੇ, ਸਾਰਾ ਕੁਝ ਦਿੰਦੇ ਨੇ। ਸਾਡੇ ਬਜ਼ੁਰਗਾਂ ਨੇ ਅੱਜ ਤੋਂ ਜਿਹੜੀ ਕੋਈ 50 ਸਾਲ ਪਹਿਲਾਂ ਵੀ ਕਬੂਤਰਬਾਜ਼ੀ ਕੀਤੀ ਹੈ ਨਾ, ਉਹ ਇਸ ਤੇ ਕੀਤੀ ਏ। ਉੱਥੇ ਪਿਪਲਾਂ ਜਾ ਕੇ ਵੀ ਕੀਤੀ ਏ ਤੇ ਇਹ ਹੀ ਕਰਦੇ ਰਹੇ ਨੇ। ਰਿਹਾਇਸ਼ ਦੇ ਕੇ ਡਾਂਦੇ ਰਹੇ ਨੇ। ਰਿਹਾਇਸ਼ ਦੇ ਕੇ ਡਾਉਂਦੇ ਨੇ। ਉਹਨਾਂ ਦੀ ਤੇ ਨਕਲ ਚੱਲੀ ਏ, ਇਹ ਰਿਹਾਇਸ਼ ਦੇਣ ਵਾਲੀ। ਆਹੋ, ਉੱਥੋਂ ਹੀ ਤਾਂ ਕੰਮ ਚੱਲਿਆ। ਜਾਂ ਆਪਣਾ ਲੋਕਾਂ ਨੇ ਇਹ ਸਮਝਿਆ ਕਿ ਇਹ ਗੋਲੀ ਜਿਹੜੀ ਹੈ ਬਦਾਮਾਂ ਦੀ ਗੋਲੀ ਨਹੀਂ ਹੁੰਦੀ, ਉਹ ਗੋਲੀ ਹੋਰ ਹੁੰਦੀ। ਉਹਦੇ ਕੁਛ ਤੇ ਪੈਂਦੇ ਨੇ ਹੋਰ ਬੇਬਾਚੀ ਦਾ ਪੈਂਦੇ, ਮੁਰੱਬੇ ਪੈਂਦੇ, ਮੁਰੱਬਿਆਂ ਦੀ ਬਣਦੀ ਹੈ। ਉਹਦੇ ਨਾਲ ਕਬੂਤਰ ਨੂੰ ਪਿਆਸ ਨਹੀਂ ਲੱਗਦੀ, ਭੁੱਖ ਨਹੀਂ ਲੱਗਦੀ। ਆ ਜਿਵੇਂ ਹੁਣ ਆ ਖਾਲੀ ਲਾਜਵੰਤੀ ਹੈ, ਇੱਕ ਛੋਟੀ ਜੜੀ ਬੂਟੀ ਹੈ, ਇਹਨੂੰ ਲਿਆ ਕੇ ਤੁਸੀਂ ਪਾਊਡਰ ਕਰਕੇ ਦੇ ਦਿਓ, ਇਹ ਨਾ ਪਿਆਸ ਲੱਗਣ ਦਿੰਦੀ ਨਾ ਭੁੱਖ ਲੱਗਣ ਦਿੰਦੀ। ਕੈਪਸੂਲ ਭਰ ਕੇ ਸੁਬਾਹ ਦੇ ਦਿਓ। ਆ ਜਿਵੇਂ ਐਂਟੀ ਥਸਟ ਗੋਲੀਆਂ ਅੱਜ ਕੱਲ੍ਹ ਨਿਕਲੀਆਂ ਨੇ BWEP ਕੰਪਨੀ ਦੀਆਂ। ਹੁਣ ਤੇ ਬਾਹਰ ਦੀਆਂ ਬੜੀਆਂ ਪ੍ਰੋਡਕਟ ਆ ਗਈਆਂ ਨੇ ਸਹੂਲਤ ਵਾਸਤੇ।
ਐਂਟੀ ਥਰਸਟ। ਐਂਟੀ ਥਰਸਟ ਗੋਲੀ ਉਹ ਜਾਂਦੇ ਦੇ ਕਬੂਤਰ ਪਿਆਸ ਹੀ ਨਹੀਂ ਲੱਗਦੀ। ਇੱਕ ਰੋਹਨ ਫਰੈਂਸ ਦੀ ਗੋਬਲੀ ਹੈ, ਉਹ ਗੁਲਾਬੀ ਜਿਹੇ ਰੰਗ ਦੀ ਹੈ, ਉਹ ਦੇ ਦਿਓ, ਭੁੱਖ ਹੀ ਨਹੀਂ ਲੱਗਣ ਦਿੰਦੀ। ਗਰਮ ਤੱਤਾ ਕਦੋਂ ਕਰਦੇ ਹੋ? ਗਰਮ ਕੀਤਾ ਬਾਜ਼ੀ ਵਾਲ ਇੱਕ ਦਿਨ ਪਹਿਲਾਂ ਬਾਜ਼ੀ ਤੋਂ ਠੰਡਾ ਇੱਕ ਦਿਨ ਕਰਦੇ ਹੋ? ਕਰ ਦਿਨ ਠੰਡਾ, ਸਵੇਰ ਦੇ ਟਾਈਮ ਠੰਡਾ ਕਰੋ, ਰਾਤੀ ਗਰਮ ਕਰ ਲਓ। ਠੰਡਾ ਨਹੀਂ ਹੁੰਦਾ, ਮੁਤਦਲ ਹੁੰਦਾ, ਯਾਨੀ ਕਿ ਉਹਨੂੰ ਆਪਣੇ ਲੈਵਲ ਤੇ ਲੈ ਆਓ। ਕਬੂਤਰ ਜਿਹੜੀ ਕੋਈ ਲਾਚੀ ਲੂਚੀ ਪਹਿਲਾਂ ਪਾਉਂਦੇ ਰਹੇ ਹੋ ਨਾ, ਉਹ ਆਪਣਾ ਇੱਕ ਲੈਵਲ ਤੇ ਆਈਏ, ਉਸ ਤੋਂ ਬਾਅਦ ਉਹਨੂੰ ਆਪਣਾ ਗਰਮ ਕਰ ਦਿਓ ਰਾਤ ਨੂੰ, ਜਿੰਨਾ ਕਰ ਦਿਓ ਜਿਹੋ ਜਿਹਾ ਤੁਹਾਡਾ ਕਬੂਤਰ ਉਸ ਹਿਸਾਬ ਨਾਲ। ਹੁਣ ਇਹ ਨਹੀਂ ਕਿ ਇੱਕ ਕਬੂਤਰ ਤੁਹਾਡਾ ਅੱਗੇ ਹੀ 8-9 ਘੰਟੇ ਉੱਡਦਾ, ਉਹਨੂੰ 5 ਸੀਸੀ ਆਪਣਾ ਮਾਰੋ ਗਰਮ ਪਾਣੀ ਵਿੱਚ, ਰਾਤੀ ਨੁਸਖਾ ਵੀ ਮਾਰੋ, ਅੱਗੇ 8 ਘੰਟੇ ਉਹਨੇ ਕਿੱਥੋਂ ਬਹਿਣਾ। ਉਸ ਹਿਸਾਬ ਨਾਲ ਮਿਕਦਾਰ ਹੁੰਦੀ ਹੈ, ਔਰ ਇਹ ਜਿੰਨੀ ਮਿਕਦਾਰ ਦੇ ਆਪਣਾ ਘੱਟ ਰੱਖੋਗੇ ਨਾ, ਉਨਾ ਬਹੁਤਾ ਫਾਇਦਾ ਹੈ। ਖਰਾਬ ਹੋਏ ਹਾਜ਼ਮੇ ਲਈ ਕੁਝ ਚੀਜ਼ ਦੱਸੋ, ਕੋਈ ਐਸੀ ਜਿਹੜੀ ਲੋਕਾਂ ਨੂੰ ਬਹੁਤ ਫਾਇਦਾ ਹੈ, ਸਮਝ ਲਓ ਕਿ ਅਮਰ ਹੋਣੀ ਚਾਹੀਦੀ ਹੈ। ਯਾਰ ਮੈਂ ਅੱਜ ਤੱਕ ਨਾ, ਇਸ ਸਾਲ ਵੀ ਉੱਡੇ ਆ, ਸਾਡੇ ਕੋਲ ਕੋਈ ਕਬੂਤਰ ਮਰਿਆ ਨਹੀਂ, ਤੇ ਜਿਹਨੇ ਕਿਤੇ ਫੋਨ ਕੀਤਾ ਤੇ ਮਰਨ ਉਹਦਾ ਵੀ ਨਹੀਂ ਦਿੱਤਾ, ਭਾਵੇਂ ਮੁਖਾਲਫ ਹੀ। ਬੜੇ ਬੰਦੇ ਐਸੇ ਨੇ ਮੇਰੇ ਨਾਲ ਟਿਕਟੋਕ ਤੇ ਬੜੇ ਟੱਚ ਹੋਏ ਨੇ, 2-4 ਚੀਜ਼ਾਂ ਉਹਨਾਂ ਨੂੰ ਦੱਸੀ ਦੀਆਂ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸੀਆਂ ਸੀ। ਕਬੂਤਰ ਮਰਦਾ ਨਹੀਂ, ਅਜੇ ਪਾਣੀ ਭਰ ਲੈਂਦੇ ਨੇ, ਪੋਟਾ ਨਹੀਂ ਤੋੜਦੇ। ਸਭ ਤੋਂ ਚੰਗੀਆਂ ਜਿਹੜੀਆਂ 2 ਚੀਜ਼ਾਂ ਨੇ ਨਾ, ਇੱਕ ਹੈ ਸ਼ੀਰ ਖਿਸਤ। ਸ਼ੇਰ ਖਿਸਤ ਪੰਸਾਰ ਕੋ ਮਿਲਦੀ, ਐਡਾ ਕਿ ਢੇਲੀ ਲੈ ਆਓ, ਪਾਊਡਰ ਕਰ ਲਓ, ਚੂੰਡੀ ਇੱਕ 5 ਸੀਸੀ ਪਾਣੀ 'ਚ ਘੋਲ ਕੇ ਦੇ ਦਿਓ, ਕਬੂਤਰ ਫੌਰਨ ਪੋਟਾ ਚਲਾ ਜਾਏ, ਅੱਧੇ ਘੰਟੇ ਦੇ ਅੰਦਰ ਅੰਦਰ ਕਬੂਤਰ ਪੋਟਾ ਵੀ ਚਲਾ ਜਾਏਗਾ, ਪਿਆਸ ਵੀ, ਉਹਦੀ ਤਲਖੀ ਵੀ ਖਤਮ ਹੋ ਜਾਏਗੀ। ਉਹ ਵੀ ਨਹੀਂ ਹੈ ਤੇ ਜ਼ਰਦ ਹਰੀੜ ਲਵੋ, ਉਹਨੂੰ ਲਿਆ ਕੇ ਕੁੱਟ ਕੇ ਤੇ ਉਹਦੀ ਛਿੱਲੜ ਲਾ ਲਓ, ਛਿੱਲੜ ਲਾ ਕੇ ਪਾਊਡਰ ਕਰਕੇ ਤੇ ਚੂੰਡੀ ਕੁ ਨਮਕ ਦੀ ਪਾ ਲਓ, ਸਫੈਦ ਨਮਕ ਪਾ ਕੇ ਮਾੜਾ ਜਿਹਾ ਪਾਣੀ ਪਾ, ਚਨੇ ਬਰਾਬਰ ਗੋਲੀ ਬਣਾ ਕੇ ਸੁੱਟੋ ਅੰਦਰ, ਨਾਲ 5 ਸੀਸੀ ਪਾਣੀ, ਜੋ ਇੰਜ ਸਾਫ਼ ਹੋਏਗਾ ਜਿਵੇਂ ਕੀ ਹੁੰਦਾ। ਕੋਈ ਮੈਡੀਸਨ ਤੇ ਜਿਹੜੇ ਪੋਟੇ ਮਤਲਬ ਕਿ ਰੁਕ ਜਾਂਦੇ ਨੇ ਦੁਰਾਨੇ ਬਾਜ਼ੀਆਂ, ਹਾਜ਼ਮਾ ਨਹੀਂ ਚੱਲ ਰਿਹਾ ਹੁੰਦਾ, ਉਹਨਾਂ ਲਈ ਵੀ ਆਈ ਠੀਕ ਹੈ? ਹਾਜ਼ਮਾ ਨਾ ਚੱਲੇ, ਅਜਵੈਨ ਹੈ, ਨਾਰਦਾਨਾ, ਸੌਂਫ, ਇਹਨਾਂ ਚੀਜ਼ਾਂ ਦਾ ਬਣਾ ਕੇ ਦੇ ਦਿਓ, ਆਪਣਾ ਵੱਡੀ ਇਲਾਚੀ ਗੋਲੀ ਬਣਾ ਕੇ ਮਨੱਕਿਆਂ ਵਿੱਚ ਦੇ ਦਿਓ, ਤੇ ਇਹ ਬਿਹਤਰੀਨ ਹੈ। ਕਾਰਮੀਨਾ ਸਭ ਤੋਂ ਚੰਗੀ ਹੈ। ਸੋਡਾ ਮਿੰਟ ਗੋਲੀ, ਉਹ ਤੁਹਾਡੇ ਫਰਿੱਜ 'ਚ ਹੋਣੀ ਚਾਹੀਦੀ ਹੈ 24 ਘੰਟੇ। ਜਦੋਂ ਖਰਾਬ ਹੋਵੇ ਇੱਕ ਪਲਟਾ ਕੇ ਦਿਓ, ਉਸੇ ਟਾਈਮ ਕਬੂਤਰ ਜੈਲੋ ਸੈੱਲ ਹੈ, ਬੇਵਾਹ ਚੀਜ਼ਾਂ ਨੇ। ਫਲੈਜਲ ਮਾਰ ਦਿਓ 1 ਸੀਸੀ, ਕਬੂਤਰ ਉਸੇ ਟਾਈਮ ਉਹ ਆਪਣਾ ਸਾਰ ਸ਼ਹਿਰ ਸਾਫ਼ ਹੋ ਜਾਂਦਾ, ਹਾਜ਼ਮਾ ਸੈੱਟ ਕਰ ਜਾਂਦਾ। ਬੇਵਾਹ ਚੀਜ਼ਾਂ। ਅੱਛਾ, ਲਾਹੌਰ ਦੇ ਵਿੱਚ ਤੇ ਚੱਲ ਰਹੀ ਪਲਟਾਨ ਵਾਲੀ ਗੇਮ। ਆਹਾ, ਪਿੱਛੇ ਮੈਂ ਇੱਕ ਉਸਤਾਦ ਕੋ ਗਿਆ ਸੀ, ਬੜੇ ਅੱਛੇ ਸਾਡੇ ਮੁਹਤਰਮ ਉਸਤਾਦ ਨੇ, ਉਸਤਾਦ ਜੱਗਾ ਖੋਕਰ ਸਾਹਿਬ, ਔਰ ਬੜੇ ਸੀਨੀਅਰ ਨੇ। ਉਹਨਾਂ ਨੇ ਕਿਹਾ ਮੈਂ ਹਲੇ ਤੀਕਰ ਤੇ ਪਲਟਾ ਕੇ ਡਾਂਦਾ ਨੇ, ਲੇਕਿਨ ਅਗਲੇ ਸਾਲ ਜਿਹੜੇ ਵਾਈਟਾਮਿਨਸ ਦਾ ਦੇਣਾ ਨਾ, ਐਵੇਂ ਜਾਨ ਵਕਤ ਵੀ ਦੇਣੇ ਆ, ਹੀ ਉਹਨਾਂ ਦੀ ਰੈਸ਼ ਹੋਏਗੀ। ਹਾਂਜੀ। ਤੇ ਕਿਆ ਲਾਹੌਰ ਦੇ ਵਿੱਚ ਤਾਂ ਨਜ਼ਰ ਆਉਂਦਾ ਹੈ ਕਿ ਰੈਸ਼ ਵਾਲਾ ਸਿਸਟਮ ਆਏਗਾ, ਕੰਮ ਕਰੇਗਾ? ਆਉਣਾ ਚਾਹੀਦਾ, ਕਿਉਂ ਨਹੀਂ ਆਉਣਾ? ਸਾਡੇ ਬਜ਼ੁਰਗ ਇੱਥੇ ਲਾਹੌਰ 'ਚ ਹੀ ਡਾਉਂਦੇ ਰਹੇ ਨੇ, ਰੈਸ਼ ਦੇ ਕੇ ਰਹਿ ਦੇ ਕੇ ਡਾਉਂਦੇ ਰਹੇ ਨੇ, ਆਪਣਾ ਇਹ ਮਰੱਬਿਆਂ ਵਾਲੀ ਗੋਲੀ ਦੇ ਕੇ ਡਾਉਂਦੇ ਰਹੇ ਨੇ। ਮਾੜਾ ਮੋਟਾ ਦਾਣਾ ਵੀ ਨਾਲ ਹੁੰਦਾ ਹੀ, ਚੱਲ ਜਾਂਦਾ ਕੰਮ ਨਾਲ। ਉਹਦੇ ਉਹੋ ਜਿਹਾ ਪਾਣੀ ਆਪਣਾ ਦੇ ਦਿਓ ਜਿਹੜਾ ਕਬੂਤਰ ਨੂੰ ਡੋਲਣ ਹੀ ਨਾ ਦੇਵੇ, ਕਬੂਤਰ ਧੁੱਪ 'ਚ ਖਿਲਾਰ ਦੇਵੇ। ਜੇ ਕਬੂਤਰ ਸਾਹਮਣੇ ਵੀ ਰਾਈ ਅਬਲ ਤੇ ਇੱਕ ਰੈਸ਼ ਉਹ ਕਬੂਤਰਾਂ ਨੂੰ ਦੇਣੀ ਚਾਹੀਦੀ ਜਿਹੜੇ ਗਰਾਈ ਕਰਦੇ ਨੇ ਕਬੂਤਰ, ਜਿਹੜੇ ਨਜ਼ਰ ਹੀ ਨਾ ਆਉਣ, ਉਹ ਕਬੂਤਰ ਸ਼ਾਮ ਤੱਕ ਫਰੋੜ ਜਾਂਦੇ ਨੇ ਲੰਮੇ। ਇਹ ਜਿਹੜੇ ਕੀਤੀ ਨਾ ਪੁਆਇੰਟ ਵਾਲੀ ਗੱਲ। ਬੰਦੇ ਨੂੰ ਉਹਨਾਂ ਨੂੰ ਰੈਸ਼ ਦੇ ਕੇ ਤੁਸੀਂ ਕੀ ਕਰਨੇ, ਉਹ ਜਿਹੜੇ ਰਹਿੰਦੇ ਨੇ ਸਾਹਮਣੇ ਉਹਨਾਂ ਰੈਸ਼ ਨਹੀਂ ਚੱਲਣੀ, ਉਹ ਬਰਬਾਦ ਖਰਾਬ ਹੋ ਜਾਣਗੇ। ਹਾਂ, ਉਹਨਾਂ ਨੂੰ ਸਾਂਭਣਾ ਬੜਾ ਔਖਾ ਹੋ ਜਾਂਦਾ। ਇਹ ਇੱਕ ਉਸਤਾਦ ਨੇ ਵੀ ਗੱਲ ਕੀਤੀ ਸੀ, ਉਹਨੇ ਕਿ ਯਾਰ ਜਿਹੜਾ ਕਬੂਤਰ ਡੁੱਬ ਕੇ ਉੱਡੇਗਾ ਉਹ ਹੀ ਰੈਸ਼ ਹਜ਼ਮ ਕਰੇਗਾ। ਹਾਂ, ਤੇ ਜਿਹੜਾ ਸਾਹਮਣੇ ਰਹਿਣ ਵਾਲਾ ਉਹ ਤੇ ਬਰਬਾਦੀ ਖਰਾਬ ਕਰੇਗਾ ਨਾ। ਫਿਰ ਅਗਲੀ ਬਾਜ਼ੀ ਵਾਸਤੇ ਤੁਹਾਨੂੰ ਪਲੰਟੀਆਂ ਲੈਣੀਆਂ ਪੈਣਗੀਆਂ, 100 ਸਿਆਪਾ। ਜਾਂ ਉਹਦੇ ਤੇ ਰਾਤ ਉਹਨੂੰ ਸਟੇਚਰ ਤੇ ਉਹ ਵੀ ਪਿਆ ਤੇ ਉਸਤਾਦ ਵੀ ਨਾਲ ਪਿਆ, ਖਪਦੇ ਰਹੋ ਇਹਦੇ ਨਾਲ। ਰੈਸ਼ ਬਦਾਮ ਦੀ ਨਹੀਂ ਚੱਲਦੀ ਗਰਮੀ 'ਚ ਯਾਰ, ਆਸੂ ਸਾਗ 'ਚ ਚੱਲ ਜਾਂਦੀ ਹੈ, ਦੇਣ ਵਾਲੇ ਦੇ ਵੀ ਦਿੰਦੇ ਨੇ ਬਦਾਮਾਂ ਦੀ, ਲੇਕਿਨ ਮੈਂ ਨਹੀਂ ਦਿੰਦਾ। ਗਰਮੀ 'ਚ ਨਹੀਂ ਨਾ ਚੱਲਦੀ। ਨਹੀਂ, ਗਰਮੀ 'ਚ ਮੈਂ ਕਈ 2 ਉਸਤਾਦਾਂ ਨੂੰ ਔਰ ਕਾਫੀ ਉਸਤਾਦਾਂ ਨੂੰ ਮੈਂ ਸੁਣ ਲਿੱਤਾ, ਆਫ ਦ ਰਿਕਾਰਡ ਉਹ ਗੱਲ ਕਰ ਲੈਂਦੇ ਨੇ, ਲੇਕਿਨ ਔਨ ਦੀ ਰਿਕਾਰਡ ਨਹੀਂ। ਕਹਿੰਦੇ ਯਾਰ ਅਸੀਂ ਗਰਮੀ 'ਚ ਰੈਸ਼ ਨਹੀਂ ਦਿੰਦੇ। ਯਾਰ ਲਾਹੌਰ ਦਾ ਮੌਸਮ ਹੋਰ ਹੈ ਬਾਹਰ ਦੇ ਮੌਸਮਾਂ ਨਾਲੋਂ। ਇੱਥੇ ਪੋਲੂਸ਼ਨ ਬਹੁਤ ਜ਼ਿਆਦਾ, ਅੱਧ ਘਾਟ ਤੋਂ ਉੱਤੇ ਤਾਂ ਸਮਾਨ ਨਜ਼ਰ ਹੀ ਨਹੀਂ ਆਉਂਦਾ। ਇੱਥੋਂ ਦੀ ਕਬੂਤਰਬਾਜ਼ੀ ਫਰਕ, ਇੱਥੇ ਪਲਟਾ ਕੇ ਡਾਓ ਕਬੂਤਰ, ਉਹ ਹੀ ਚੰਗਾ ਹੈ, ਇਹ ਬਿਹਤਰ ਹੈ। ਪਲਟਾ ਕੇ ਅਗਰ ਰੈਸ਼ ਦੇ ਕੇ ਟਰਾਈ ਕਰੀਏ ਤੇ ਕਰ ਲੈ, ਉਸ ਕਬੂਤਰ ਨੂੰ ਕਰੋ ਜਿਹੜਾ ਗਰਾਈ ਕਰਦਾ, ਜਿਹੜਾ ਤੁਹਾਨੂੰ ਪਤਾ ਕਿ 2-10 ਮਿੰਟਾਂ ਦੇ ਵਿੱਚ ਬੰਦ ਹੋ ਜਾਂਦਾ। ਤੇ ਜਿਹਨੇ 9-10 ਵਜੇ ਜਾ ਕੇ ਬੰਦ ਹੋਣਾ, ਫਿਰ ਇਹ 12-1 ਵਜੇ ਨਿਕਲ ਆਣਾ, ਉਹ ਤਾਂ ਫਿਰ ਖਰਾਬ ਕਰੇਗਾ। ਹਾਂ, ਬਾਹਰ ਦੇ ਇਲਾਕੇ ਜਿਹੜੇ ਜਿੱਥੇ ਫਜ਼ਾਵਾਂ ਚੰਗੀਆਂ ਨੇ ਨਾ, ਉੱਥੇ ਚੱਲ ਜਾਂਦਾ ਕੰਮ।
ਉੱਥੇ ਕੰਮ ਚੱਲਦਾ। ਹਾਂ ਲੇਕਿਨ ਇੱਥੇ ਲਾਹੌਰ ਦੇ ਵਿੱਚ ਤੁਸੀਂ ਨਾਗੇ ਵਾਲੇ ਦਿਨ ਨਹੀਂ ਠੰਡਾ ਕਰਦੇ, ਰਾਤ ਨੂੰ ਨਹੀਂ ਠੰਡਾ ਕਰਦੇ, ਤੁਸੀਂ ਜਾਂਦੇ ਹੋਏ ਠੰਡਾ ਕਰਦੇ? ਨਹੀਂ, ਮੈਂ ਜਾਂਦੇ ਹੋਏ ਵੀ ਠੰਡਾ ਨਹੀਂ ਕਰਦਾ ਇਹ ਮੁਰੱਬੇ ਇੱਕ ਹਿਸਾਬ ਦਾ ਠੰਡੇ ਹੀ ਨੇ। ਉਹਦੇ, ਲੇਕਿਨ ਉਹਦੇ ਨਾਲ ਪਾਣੀ ਸ਼ਾਨੀ ਉਹਦੇ ਵਿੱਚ ਜਿਹੜਾ ਮਾਲ ਰੱਖਿਆ ਹੁੰਦਾ ਹੈ, ਫਰਜ਼ ਕਰੋ ਦਵਾਲ ਮਿਕਸੀ ਰੱਖੀ ਹੁੰਦੀ ਹੈ ਮੁਰੱਬਾ ਉਹ ਜਿਹੜਾ ਮੁਰੱਬਿਆਂ ਵਾਲਾ ਗੋਲੀ। ਆ ਤੇ ਦਵਾਲ ਮਿਕਸ ਕਿਹੜੀ ਠੰਡੀ ਹੈ, ਗਰਮ ਹੈ ਨਾ, ਉਹਨੇ ਆਪਣਾ ਮੁਤਦਿਲ ਰੱਖ ਕੇ ਆਪਣਾ ਕੰਮ ਚੱਲਣਾ ਹੈ, ਉਹਦਾ ਆਪਣਾ એનર્ਜੀ ਵੀ ਬਾਹਰ ਰਹੇਗੀ, ਤੁਹਾਨੂੰ ਪਿਆਸ ਵੀ ਨਹੀਂ ਲੱਗੇਗੀ। ਨਾਲ ਉਤੋਂ ਸਾਦਾ ਪਾਣੀ ਦਿੰਦੇ ਹੋ ਜਾਂ ਸਾਦਾ ਬਣਿਆ ਬੁਣਿਆ? ਉਹ ਜੇ ਬਹਿੰਦੇ ਨੇ ਬੜੇ ਬੜੇ ਉਸਤਾਦ ਨੇ ਬਹਿ ਜਾਂਦੇ ਨੇ, ਇਹ ਹੀ ਵਿੱਚ ਹੁੰਦੀ ਹੈ ਮਿਸਟੇਕ, ਪਾਣੀ ਸ਼ਾਨੀ ਜ਼ਿਆਦਾ ਮਾਰਤਾ ਜਾਂ ਉਹ ਕਰਤਾ ਉਹ ਕਰਤਾ। ਲੇਕਿਨ ਅਗਰ ਤੁਸੀਂ ਲਾਹੌਰ 'ਚ ਕਰੋਗੇ, ਇਹ ਵੀ ਤੇ ਸਵਾਲ ਬਣਦਾ ਨਾ, ਅਗਰ ਲਾਹੌਰ 'ਚ ਕਰੋਗੇ, ਲਾਹੌਰ 'ਚ ਕਰਾਂਗੇ ਫਿਰ ਲਾਹੌਰ ਵਾਲੀ ਗੇਮ ਕਰਾਂਗੇ, ਪਲਟਾ ਕੇ ਫਿਰ ਡਾਓਗੇ? ਪਲਟਾ ਕੇ ਡਾਵਾਂਗੇ, ਫਿਰ ਨਾਲ ਮਾਲ ਪਾਣੀ ਫਿਰ ਉਹਨਾਂ ਨੂੰ ਦਾਂਗੇ, ਕੋਈ ਜਵਾਰ ਬੋਰੇ ਦਾਂਗੇ, ਕੋਈ ਕੁਸ਼ਤੇ ਹੋਰ ਦਾਂਗੇ, ਜਿਹਦੇ ਨਾਲ ਕਬੂਤਰ ਆਪਣਾ ਸੰਭਲਿਆ ਰਹੇ। ਕੋਈ ਪਲਾਨ ਹੈਗਾ ਲਾਹੌਰ 'ਚ ਛੱਤ ਬਣਾਉਣ ਦਾ? ਦਿਲ ਤੇ ਹੈ ਉੱਤੇ, ਹੁਣ ਫਿਰ ਦੁਬਾਰਾ ਬਣਾਉਣ ਦੀ। ਆਇਓ ਯਾਰ ਲਾਹੌਰ 'ਚ ਪੱਕਾ ਹੈਗਾ, ਅਸੀਂ ਤੇ ਹੁਣ ਬਾਹਰ ਹੀ ਆ, ਸਾਨੂੰ ਆਦਤਾਂ ਪੈ ਗਈਆਂ ਬਾਹਰ ਦੀਆਂ। ਹਾਂ, ਹਾਲਾਤ ਜਿਹੜੇ ਚੱਲਦੇ ਪਏ ਨੇ ਨਾ, ਉਸ ਹਿਸਾਬ ਨਾਲ ਬਾਹਰ ਉਤੋਂ ਏਸੀਆਂ ਦੀਆਂ ਆਦਤਾਂ ਪੈ ਗਈਆਂ ਨੇ ਸਾਨੂੰ। ਹਾਂ, ਹੁਣ ਸਾਨੂੰ ਫੋਨ ਦੀ ਕਬੂਤਰਬਾਜੀ ਤੇ ਬਹੁਤਾ ਮਜ਼ਾ ਆਉਂਦਾ, ਹਕੀਕਤ ਗੱਲ ਏ। ਫੋਨ ਦੀ ਕਬੂਤਰਬਾਜੀ ਦਾ ਮਜ਼ਾ ਹੀ ਕੁਝ ਹੋਰ ਹੈ। ਸ਼ਾਗਿਰਦਾਂ ਨੂੰ ਦੱਸੋ, ਗਾਈਡ ਮੈਂ ਸਾਰਿਆਂ ਨੂੰ ਕਰਨਾ, ਇੰਜ ਕਦੀ ਨਹੀਂ ਹੋਇਆ ਮੈਂ ਕਿਸੇ ਸ਼ਾਗਿਰਦ ਨੂੰ ਮੈਂ ਤੁਹਾਨੂੰ ਫੋਨ ਕਰਾਂ ਮੈਨੂੰ ਗਾਈਡ ਕਰ ਦੋਗੇ? ਯਾਰ ਮੇਰੇ ਮੁਖਾਲਫ ਵਿੱਕੀ ਗੁੱਜਰ ਆਪਣਾ ਮੰਡੀ ਬਹਾਉਦੀਨ 2-3 ਦਫਾ ਮੇਰੀ ਸ਼ਾਗਿਰਦੀ ਤੋਂ ਬਾਅਦ ਚੈਂਪੀਅਨ ਹੋਇਆ, 22 ਦੇ ਵਿੱਚ ਵੀ ਉਸਾਹ ਚੈਂਪੀਅਨ, ਅੱਗ ਗਰਮੀ ਸੀ ਚੈਂਪੀਅਨ ਹੋਇਆ, ਸੂਈ ਚੈਂਪੀਅਨ। 21 ਦੀ ਗੱਲ ਹੈ, 11ਵੀਂ ਬਾਜ਼ੀ 'ਚ ਇਹਦੇ ਕਬੂਤਰ ਸੈਂਚਰੀ ਮਾਰੀ, ਮੈਂ ਮਰਵਾਈ ਸੀ, ਮੇਰਾ ਸ਼ਾਗਿਰਦ ਵੀ ਨਹੀਂ ਸੀ। ਉਸ ਤੋਂ ਬਾਅਦ ਹੀ ਤੇ ਮੇਰੀ ਇਹਦੇ ਨਾਲ ਮੁਹੱਬਤ ਹੋ ਗਈ, ਬਾਅਦ ਆਪਣਾ ਚੇਂਜ ਹੋਇਆ। ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ। ਇੰਝ ਹੋਰ ਕਈ ਐਸੀਆਂ ਨੇ ਮੁਖਾਲਫ ਵੀ ਜਿਹਨੇ ਅਗਲਾ ਆ ਗਿਆ, ਜਿਹੜਾ ਬੰਦਾ ਘਰ ਭਾਵੇਂ ਦੁਸ਼ਮਣ ਤੁਰ ਕੇ ਆਈ, ਉਹਨੂੰ ਨਾ ਤਾਂ ਨਹੀਂ ਹੁੰਦੀ। ਯਾਰ ਆਪਣਾ ਨੁਸਖਾ ਹੀ ਸ਼ੇਅਰ ਕਰੋ ਜਿਹੜਾ ਬੜਾ ਮਹਿੰਗਾ ਬਣਦਾ, ਚਲੋ ਸਦਕਾ ਜਾ ਰਹੀ ਹੈ, ਜਿੰਦੇ 'ਚ ਕਸਤੂਰੀ ਵੀ ਪਾਉਂਦੇ ਹੋ ਤੇ ਇਹ ਉਹ ਚੀਜ਼। ਯਾਰ ਉਹਦੇ 'ਚ 12-13 ਚੀਜ਼ਾਂ ਪੈਂਦੀਆਂ ਨੇ, ਠੀਕ ਹੈ, ਕਸਤੂਰੀ, ਅੰਬਰ, ਸੋਨੇ ਦੇ ਵਰਕ, ਸੁੱਚੇ ਮੋਤੀ, ਦਵਾਲ ਮਿਕਸ, ਉਸ ਤੋਂ ਬਾਅਦ ਆਪਣਾ ਰੀਗ ਮਾਹੀ, ਇੰਝ 5-10 ਹੋਰ ਚੀਜ਼ਾਂ ਮੇਰੇ ਕੋਲ ਕਾਪੀ 'ਤੇ ਲਿਖੀਆਂ ਪਈਆਂ। ਇਹ ਸਾਰਾ ਕੋਈ ਬੜਾ ਮਿਹਨਤ ਵਾਲਾ ਕੰਮ ਹੈ। ਇੱਕ ਨੂੰ ਖਲ 'ਚ ਮਾਰਨਾ, ਕਿਸੇ ਨੂੰ ਤੁਸੀਂ ਅਰਕੇ ਗੁਲਾਬ 'ਚ ਮਾਰਨਾ, ਕਿਸੇ ਨੂੰ ਅਰਕੇ ਬੇਦ ਮੁਸ਼ਕ 'ਚ ਮਾਰਨਾ ਹੈ। ਇਹ ਚੀਜ਼ਾਂ ਵੇਖ ਕੇ ਕਿੰਨੇ ਦਿਨ ਮਾਰਨਾ ਹੈ, ਉਹ ਕਰਕੇ ਫਿਰ ਇਹ ਬਣਦੀ ਹੈ ਮਜਬੂਰ। ਜਿਹੜੀ ਅਸੀਂ ਇਹਦੇ 'ਚ ਮੈਡੀਸਨ ਦਾ ਟੱਚ ਵੀ ਮਾਰਦਾ? ਮੈਡੀਸਨ ਹਲਕਾ ਜਿਹਾ। ਸੋ ਉਸ ਟਾਈਮ ਦੇ ਵਿੱਚ ਜਿਹੜੀ ਗੋਲੀ ਚੱਲਦੀ ਸੀ ਨਾ, ਉਹ ਡੈਕਸਾ ਸੀ ਸਭ ਤੋਂ ਪਹਿਲਾਂ, ਜਿਹੜੇ ਵਾਲਾ ਸਾਹਿਬ ਯੂਜ਼ ਕਰਦੇ ਡੈਕਸਾ। ਤੇ ਜਾਂ ਇੱਕ ਗੋਲੀ ਹੋਰ ਸੀ, ਉਹ ਹੁਣ ਬੈਨ ਹੋ ਗਈ ਹੈ। ਜਿਸ ਟਾਈਮ ਕਬੂਤਰ ਸਮਾਨ ਜਾਣਾ ਛੱਡ ਜਾਂਦੇ ਨੇ ਨਾ, ਜੇਠ ਦੀ ਗਰਮੀ ਅੱਗ ਵਿੱਚ, ਉਸ ਟਾਈਮ ਉਹ ਗੋਲੀ ਨਾਲ ਟੱਚ ਕਰਦੇ ਸਨ, ਬਾਜਰੇ ਦੇ ਦਾਣੇ ਜਿੰਨੀ। ਉਹ ਕਿਹੜੀ ਸੀ? ਜਰਮਨ ਦੀ ਗੋਲੀ ਸੀ, ਬੰਦ ਹੋ ਗਈ ਹੈ, ਚਿੱਟੇ ਰੰਗ ਦੀ ਬੈਰੰਗ ਦੇ ਦਾਣੇ ਜਿੰਨੀ। ਉਸ ਆਪਣਾ ਉਸ ਗੋਲੀ ਦਾ ਕਮਾਲ ਸੀ, ਕਬੂਤਰ ਨੂੰ ਸਮਾਨ ਦੀ ਧੁਨੀ ਵਾੜ ਦਿੰਦੀ ਸੀ। ਉਹ ਫਿਰ ਕਬੂਤਰ ਪਿਛਲੇ ਟਾਈਮ ਹੀ ਬਹਿੰਦੇ ਹੁੰਦੇ ਸੀ, ਬੜੀ ਕਮਾਲ ਦੀ ਗੋਲੀ। ਸਿਲਵਰ ਕਲਰ, ਜਿਵੇਂ ਇਹ ਸਾਈਕਲ ਦੇ ਨਹੀਂ ਨਾ, ਨਾਮ ਹੀ ਦੱਸ ਦੇਣਾ, ਪ੍ਰੋਕੋਮਿਲ ਬੇਸਿਕਲੀ ਹੈ ਉਹ। ਅੱਜ ਦੀ ਹੈ ਬਲੈਕ ਕੋਬਰਾ ਜਾਂ ਬੈਗਰਾ, ਇਹਨਾਂ ਦੇ ਮੁਤਬਾਦਲ ਲਾ ਲਓ, ਲੇਕਿਨ ਉਹ ਜਰਮਨ ਦੀ ਸੀ, ਬਹੁਤ ਲਾਜਵਾਬ। ਉਹ ਸੱਪਾਂ ਦੇ ਜ਼ਹਿਰ ਦੀ ਬਣੀ ਸੀ ਗੋਲੀ। ਅੱਛਾ, ਬੰਦਾ ਵੀ ਖਾ ਕੇ ਸੱਪ ਬਣ ਤੇ ਉਹ ਜਾਂਦਾ? ਬੰਦੇ ਖਾ ਕੇ ਸੱਪ ਹੀ ਸੀ, ਉਹ ਕੰਮ ਹੀ ਉਹਨਾਂ ਦਾ ਉਹ ਸੀ। ਤੇ ਉਸ ਤੋਂ ਬਾਅਦ ਲੇਕਿਨ ਉਹ ਜਦੋਂ ਇਹ ਦੇਸੀ ਦੇ ਨਾਲ ਟੱਚ ਹੁੰਦੀ ਸੀ, ਅੱਗ ਵੀ ਪੈਂਦੀ ਵੀ, ਕਬੂਤਰ ਨੂੰ ਲਾਈ ਜਾਂਦੀ ਸੀ ਸਮਾਨ। ਪਿਛਲੇ ਟਾਈਮ ਹੀ ਲਿਆਉਂਦੀ ਸੀ, ਹੁਣ ਉਹ ਲੱਭਦੀ ਹੋਏਗੀ, ਲੇਕਿਨ ਬਾਹਰੋਂ ਹੀ, ਜਰਮਨ ਇੱਧਰੋਂ ਉੱਧਰੋਂ, ਤੇ ਪਾਕਿਸਤਾਨ ਨੂੰ ਇੱਥੋਂ ਨਹੀਂ ਹੁਣ ਲੱਭਦੀ। ਇੱਕ ਹੁੰਦਾ ਸੀ ਆਪਣਾ ਉਸਤਾਦ ਕਾਕਾ ਕੁਹਾੜਾ, ਫੌਤ ਹੋ ਗਿਆ ਵੀ ਅੱਬੂ ਰਾਣੇ ਨਾਲ, ਫਿਰ ਉਹਨੇ ਬੜਾ ਚਿਰ ਸ਼ੌਕ ਕੀਤਾ। ਇਹ ਅੱਬੂ ਮੈਨੂੰ ਦੱਸਦੇ ਨੇ, ਉਹ ਗੋਲੀ ਉਹ ਲੈ ਕੇ ਆਇਆ ਸੀ ਸਾਊਦੀਆ ਤੋਂ। ਅੱਛਾ, ਉਹਨੂੰ ਕਿਸੇ ਨੇ ਦਿੱਤੀ ਨਾ, ਛੁੱਟੀ ਚੱਲਣਾ ਪਾਕਿਸਤਾਨ, ਚੱਲ ਤੇਰੇ ਕੰਮ ਆਏਗੀ, ਤੇ ਇਹਨਾਂ ਨੇ ਆਪਣੇ ਤਜਰਬੇ 'ਚ ਇਸਤੇਮਾਲ ਕਰ ਲਈ ਕਬੂਤਰ। ਯਾਰ ਵਾਲਦ ਸਾਹਿਬ ਤੁਹਾਡੇ ਬੜੇ ਕ੍ਰੀਏਟਿਵ ਆਦਮੀ ਸੀ। ਮੈਂ 2 ਬੰਦੇ ਜ਼ਿੰਦਗੀ 'ਚ ਵੇਖੇ ਨੇ ਐਡੇ ਹਾਜ਼ਰ ਦਿਮਾਗ, ਸ਼ਾਰਪ ਤੇ ਮੌਕੇ ਬੜੇ ਕ੍ਰੀਏਟਿਵ ਆਦਮੀ ਸੀ, ਮੌਕੇ ਦੇ ਉੱਤੇ ਫੈਸਲਾ ਕਰਨ ਵਾਲੇ। ਪਿਪਲਾਂ ਬਾਜ਼ੀ ਲੱਗੀ ਤੇ ਬੜੀ ਭਾਰੀ ਬਾਜ਼ੀ ਲੱਗ ਗਈ। ਅੱਬੂ ਕਹਿੰਦੇ ਰਾਤ ਦੇ 12 ਵਜੇ ਮੀਰ ਆਜ਼ਮ ਖਾਨ ਸਾਹਿਬ ਆਏ, ਮੈਨੂੰ ਉਠਾਇਆ, ਉਸਤਾਦ ਜੀ कबूतरों को कुछ करें, बाजी बहुत भारी लग गई है तगड़ी। अबू कहने मैं कर दिता जो करना सी, और मैं की करा। कहते फिर भी उस्ताद थोड़ा सा करे, कल का दिन बहुत लाजमी है। हुण मौके के उत्ते फैसला उन्होंने कहा केसूआं दे फुल मिल जाएंगे, केसूआं दे फुल। हुण रात दे 12 वजे केसू दे फुल कौन लैके आ गए, लेकिन ये
ਸਰਦਾਰ ਇਹ ਨਵਾਬ ਆਦਮੀ ਨੇ। ਇਹਨਾਂ ਨੇ ਉਸੇ ਟਾਈਮ ਦੁਕਾਨਾਂ ਖੁਲਵਾਈਆਂ, ਕੇਸੂਆਂ ਦੇ ਫੁੱਲ ਪੈਦਾ ਕੀਤੇ, ਦੁੱਧ ਮੰਗਵਾਇਆ, ਦੁੱਧ ਵਿੱਚ ਕੇਸੂਆਂ ਦੇ ਫੁੱਲ ਨਾਲ ਕਬੂਤਰ ਭੰਮੇ, ਕਬੂਤਰ ਭੰਮੇ, ਕਬੂਤਰ ਜਦੋਂ ਭੰਮੇ, ਭੰਮੀ ਦੇ ਕਬੂਤਰ ਦੇ ਹੁਣ ਲੋਕਾਂ ਨੂੰ ਭੰਮਣ ਦਾ ਨਹੀਂ ਪਤਾ, ਸਟੀਮ ਦੇਈਦੀ ਹੈ, ਔਰ ਸਟੀਮ ਸਭ ਤੋਂ ਚੰਗੀ ਜਿਹੜੀ ਹੈ ਉਹ ਕੇਸੂਆਂ ਦੇ ਫੁੱਲ ਦੀ ਤੇ ਦੁੱਧ ਦੀ ਹੈ। ਇਸ ਤੋਂ ਚੰਗੀ ਕੋਈ ਥਕਾਵਟ ਇਹ ਮੈਂ ਸੁਣਿਆ ਹੋਇਆ ਹੈ, ਇਹ ਮੈਂ ਸੁਣਿਆ ਹੋਇਆ ਹੈ ਸਾਜ ਜੀ। ਇਹ ਉਹਨਾਂ ਨੇ ਦਿੱਤੀ। ਬਾਰਿਸ਼ ਸਟੂਡੀਓ ਇੱਕ ਛੱਤ ਹੈਗੀ ਆਪਣਾ, ਬਾਰਿਸ਼ ਸਟੂਡੀਓ ਨਹੀਂ, ਅੱਛਾ, ਉੱਥੇ ਪਹਿਲੇ ਕਬੂਤਰਬਾਜ਼ੀ ਕਰਕੇ ਗਏ ਨੇ ਉਸਤਾਦ ਕਰਾਚੀ ਵਾਲੇ ਹੈਗੇ ਨੇ, ਮੇਰੇ ਖਿਆਲ ਨਾਲ ਸ਼ੇਖ ਕੀ ਨਾਂ ਸੀ ਉਹਨਾਂ ਦਾ, ਜਿਹੜੇ ਉਹ ਬੜੇ ਹੈ ਸ਼ੇਖ ਜ਼ਾਫਰ ਹਾਜੀ ਯੂਸਫ, ਹਾਜੀ ਯੂਸਫ ਸਾਹਿਬ, ਸ਼ੇਖ ਨਿਕਲ ਗਿਆ ਗਲਤੀ ਨਾਲ। ਉਹ ਮੈਂ ਉੱਥੇ ਗਿਆ ਇੰਟਰਵਿਊ ਮੁੰਡਿਆਂ ਦਾ ਕਰਨ, ਉਹ ਹਾਜੀ ਯੂਸਫ ਸਾਹਿਬ ਦੇ ਨਾਲ ਨਾ ਉਹਨਾਂ ਨੇ ਕਬੂਤਰਬਾਜ਼ੀ ਕੀਤੀ ਹੋਈ ਸੀ। ਹਾਂ, ਵੇਖਦੇ